ਲੀਵਰ ਦੇ ਖਾਸ ਕਰਕੇ ਹਜ਼ਾਰਾਂ ਮਰੀਜ਼ ਹੈ ਜਿਹੜੇ ਠੀਕ ਹੋਏ ਆ, ਜਿਨ੍ਹਾਂ ਦਾ ਹਸਪਤਾਲਾਂ ਨੇ ਜਵਾਬ ਇਹ ਦੇ ਦਿੱਤਾ ਤਾਂ ਵੀ ਘਰ ਲੈ ਜਾਓ, ਇਹਦਾ ਕੋਈ ਹੱਲ ਨਹੀਂ ਹੈ, ਵੀ ਜਿੰਨੀ ਸੇਵਾ ਕਰ ਲਓ, ਪਰ ਉਹ ਵੀ ਦੇਖ ਲਓ ਮਰੀਜ਼ ਠੀਕ ਹੋ ਰਹੇ। ਤੁਸੀਂ ਦੇਖੋਗੇ ਸਾਡੀਆਂ ਜਿਹੜੀਆਂ ਦਵਾਈਆਂ ਇਹ ਪਹਿਲੀ ਖੁਰਾਕ ਤੋਂ ਫਰਕ ਪੈਂਦਾ, ਪਹਿਲੀ ਖੁਰਾਕ ਵੀ ਦੱਸਦੀ ਹੈ ਵੀ ਅਸੀਂ ਫਰਕ ਪੈ ਰਿਹਾ। ਕਿ ਕਮਾਲ ਦੀ ਗੱਲ ਹੈ ਵੀ ਆਯੁਰਵੇਦ ਦੇ ਨਾਲ ਉਹਦਾ ਰਿਜ਼ਲਟ ਦੇਈ ਜਾਂਦੇ ਨੇ ਉਹ ਵੀ 100%। ਤੇ ਇਹਦੇ ਤੇ ਕੀ ਟਿੱਪਣੀ ਕਰੋਗੇ ਤੇ ਕਿੱਥੋਂ ਕਿੰਨੇ ਕੁ ਸਟੇਜ ਤੱਕ ਅੱਜ ਤੱਕ ਤੁਸੀਂ ਇਲਾਜ ਕੀਤਾ ਜਿੱਥੋਂ ਵਾਪਸ ਮੋੜ ਕੇ ਬੰਦੇ ਨੂੰ ਤੰਦਰੁਸਤ ਕੀਤਾ ਹੋਵੇ? ਮਰੀਜ਼ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਹ ਕਿਹੜਾ ਕੁਝ ਲੈ ਸਕਦਾ। ਸਾਡੀ ਦਵਾਈਆਂ ਤਾਂ ਇੱਦਾਂ ਨਾ ਵੀ ਅੰਦਰ ਜਾਣਗੇ ਤਾਂ ਹੀ ਅਸਰ ਕਰਨਗੀਆਂ। ਐਲੋਪੈਥੀ ਆ ਇੰਜੈਕਸ਼ਨ ਹੈ ਤੇ ਹੋਰ 100 ਗਲੂਕੋਜ਼ ਵਗੈਰਾ ਜੋ ਵੀ ਹੈ, ਵੀ ਬਲੱਡ ਜਾਣੀ ਕਿ ਚੜਾਉਣਾ ਪੈ ਜਾਵੇ, ਉਹ ਚੀਜ਼ਾਂ ਐਲੋਪੈਥੀ ਦੇ ਵਿੱਚ ਹੈ। ਪਰ ਇਹ ਨਹੀਂ ਹੈ ਵੀ ਦਵਾਈ ਆਯੁਰਵੇਦ ਦਵਾਈ ਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ, ਇੱਦਾਂ ਦੀ ਕੋਈ ਗੱਲ ਨਹੀਂ। ਸਾਡੀ ਦਵਾਈ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੈ। ਐਲੋਪੈਥੀ ਇੱਕ ਹੋਰ ਢੰਗ ਹੈ ਇਲਾਜ ਦਾ ਤੇ ਆਯੁਰਵੇਦ ਇੱਕ ਪੁਰਾਣਾ ਢੰਗ ਹੈ ਔਰ ਆਪਣੇ ਦੇਸ਼ ਦਾ ਹੀ ਢੰਗ ਹੈ। ਇਹ ਹਜ਼ਾਰਾਂ 5-7 ਹਜ਼ਾਰ ਸਾਲ ਪੁਰਾਣਾ। ਨਬਜ਼ ਦੇ ਵਿੱਚ ਇਹੋ ਜਿਹਾ ਕੀ ਹੁੰਦਾ ਕਿ ਉੱਥੋਂ ਤੁਸੀਂ ਕਈ ਰੋਗ ਫੜ ਲੈਂਦੇ ਹੋ ਕੀ ਜਾਂ ਤਕਰੀਬਨ ਸਾਰੇ ਹੀ ਫੜੇ ਜਾਂਦੇ? ਉਹ ਇੱਕ ਨਾਮੁਰਾਦ ਬਿਮਾਰੀ ਹੈ ਕੈਂਸਰ। ਪਿੰਡਾਂ ਦੇ ਵਿੱਚ ਇਹਦਾ ਨਾਮ ਵੀ ਨਹੀਂ ਲੈਂਦੇ, ਕਹਿ ਦਿੰਦੇ ਨੇ ਦੂਜੀ ਬਿਮਾਰੀ ਹੋ ਗਈ। ਇਸ ਤਰੀਕੇ ਦੇ ਨਾਲ ਇਹਨੂੰ ਆਖਿਆ ਜਾਂਦਾ ਹੈ। ਇਹੋ ਜਿਹੀ ਨਾਮੁਰਾਦ ਬਿਮਾਰੀ ਦੇ ਨਾਲ ਵੀ ਤੁਸੀਂ ਨਜਿੱਠ ਲੈਂਦੇ ਹੋ। ਹਾਂਜੀ, ਤੇ ਇੱਕ ਸੈੱਲ ਜ਼ਿਆਦਾ ਵੱਧ ਜਾਂਦੇ ਆ, ਦੂਜੇ ਉਹਨੂੰ ਕੈਂਸਰ ਕਿਹਾ ਜਾਂਦਾ। ਅਸੀਂ ਆ ਦੇਖੋ ਭਸਮਾ ਹੈ ਸਾਡੇ ਕੋਲ, ਅਸੀਂ ਭਸਮਾਂ ਦੇ ਨਾਲ ਇਹਦਾ ਇਲਾਜ ਕਰਦੇ ਹਾਂ। ਕੈਂਸਰ ਦਾ ਸੋਨਾ ਭਸਮ ਤੇ ਇਹਨਾਂ ਭਸਮਾਂ ਦੇ ਨਾਲ ਇਲਾਜ ਕਰਦੇ ਹਾਂ। ਸਟੇਜ ਦਾ ਕੋਈ ਚੱਕਰ ਨਹੀਂ, ਬਸ ਮਰੀਜ਼ ਦਵਾਈ ਖਾਣ ਜੋਗਾ ਹੋਵੇ ਬਸ। ਇਹ ਅੱਖਾਂ ਦੇ ਲਈ ਹੈ, ਚਿੱਟਾ ਮੋਤੀਆ, ਉੱਦਾਂ ਅੱਖਾਂ ਦੀਆਂ ਕਮਜ਼ੋਰੀਆਂ ਬਿਮਾਰੀਆਂ ਜਾਲਾ ਟਾਈਪ 'ਚ ਬਣ ਜਾਂਦਾ ਤੇ ਇਹ ਦਵਾਈ ਬਹੁਤ ਵਧੀਆ ਰਿਜ਼ਲਟ। ਇੱਕ ਹੋਰ ਜ਼ਰੂਰ ਮੈਂ ਚਾਹੁੰਦਾ ਵੀ ਸਾਡੇ ਦਰਸ਼ਕਾਂ ਨੂੰ ਐ ਨਾ ਲੱਗੇ ਕਿ ਹਵਾ 'ਚ ਹੀ ਗੱਲਾਂ ਕਰੀ ਜਾਂਦੇ ਵੀ ਲੀਵਰ ਦੇ ਇੰਨੇ ਮਰੀਜ਼ ਠੀਕ ਕਰਤੇ, ਉੱਦਾਂ ਕਰਤਾ, ਸਕਸੈਸ ਰੇਟ 100% ਆ। ਕੀ ਸਬੂਤ ਦੇਣਾ ਚਾਹੋਗੇ ਉਹਨਾਂ ਦਰਸ਼ਕਾਂ ਨੂੰ ਜਿਹੜੇ ਇੱਕ ਵਾਰੀ ਯਕੀਨ ਕਰ ਲੈਣ ਕਿ ਹਾਂ ਇਹ ਇਹਨਾਂ ਦੀ ਆਥੈਂਟਿਸਿਟੀ ਹੈ, ਇਹ ਇੱਦਾਂ ਕੰਮ ਹੁੰਦਾ ਤਾਂ ਰੋਗ ਦਾ ਇਲਾਜ ਵੀ ਹੁੰਦਾ? ਬਿਲਕੁਲ ਬਿਲਕੁਲ। ਆ ਦੇਖੋ ਤੁਸੀਂ ਸਾਡਾ ਰਜਿਸਟਰ ਆ, ਤੁਸੀਂ ਇਹਦੇ 'ਚ ਦੇਖ ਲਓ ਭਰਿਆ ਪਿਆ, ਇਹ ਲੀਵਰ ਦੀ ਮਰੀਜ਼ਾਂ ਨਾਲ ਭਰਿਆ ਪਿਆ। ਮੈਂ ਇੱਥੋਂ ਮਹੀਨਾ ਹੋ ਗਿਆ ਦਵਾਈ ਖਾਂਦੇ ਨੂੰ ਤੇ ਮੈਨੂੰ ਬਹੁਤ ਅੱਗੇ ਨਾਲੋਂ ਮਤਲਬ ਆਰਾਮ ਆ। ਤੇ ਮੈਂ ਲੀਵਰ ਦੀ ਦਵਾਈ ਡਾਕਟਰ ਪਟਿਆਲੇ ਤੋਂ ਬੜੇ ਮਸ਼ਹੂਰ ਆ, ਉਹਨਾਂ ਕੋਲੋਂ ਵੀ ਖਾਧੀ ਤੇ ਹੁਣ ਮੈਨੂੰ ਇਹਦੇ ਨਾਲ ਦਵਾਈ ਨਾਲ ਬਹੁਤ ਜ਼ਿਆਦਾ ਫਰਕ ਹੈ। और ये दवाई तब मैं आया जब सारी जगह से मैं हार चुका हूँ। जलंधर से लेके दिल्ली से लेके पटना तक, बिहार में तो खैर मेरा घर ही पड़ता था, पटना तक डॉक्टर को दिखाए लेकिन लीवर का कंट्रोल कहीं पे नहीं हुआ। लेकिन 1.5 महीना दवाई खाने के बाद मैं तो आज 75% ठीक हूँ। 25% कसर है, वो भी दवाई चल रहा है, 2 महीना में ठीक हो जाएगा जैसे डॉक्टर साहब 3 महीने के लिए बोला था। ਇੱਦਾਂ ਦੀ ਕੋਈ ਉਹ ਨਹੀਂ ਹੈ। ਅੱਜ ਕਿੰਨੇ ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ, ਅੱਜ ਤੱਕ ਕਿਸੇ ਨੇ ਕੋਈ ਨਹੀਂ ਦਾਅਵਾ ਕਰ ਸਕਿਆ ਵੀ ਐਂ 'ਚ ਕੁਝ ਮਿਲਿਆ ਹੈ, ਕਿਉਂਕਿ ਅਸੀਂ ਕੁਝ ਮਿਲਾਉਂਦੇ ਹੀ ਨਹੀਂ ਹੈ। ਸਿਰਫ ਸਿੱਧੀਆਂ ਜੜੀਆਂ ਬੂਟੀਆਂ ਬਸ ਉਹੀ ਆਪਸ ਵਿੱਚ ਮਿਲਾ ਕੇ ਹੁੰਦਾ। ਕਿਸੇ ਦੇ ਵਿੱਚ ਕੁਝ ਪਾਉਣਾ, ਕਿਸੇ ਦੇ ਕਿਹੜੀ ਜੜੀ ਬੂਟੀ ਹੈ। ਤੇ ਜਿਹੜੇ ਇਲਾਜ ਹੈ ਲੱਖਾਂ 'ਚ ਨਹੀਂ ਹੁੰਦੇ, ਇਹ 100 ਹਜ਼ਾਰਾਂ 'ਚ ਹੋ ਜਾਂਦੇ ਇਲਾਜ। ਤੇ ਮਰੀਜ਼ ਦੀ ਸੰਤੁਸ਼ਟੀ ਲਈ ਇੱਕ ਇੱਦਾਂ ਹੁੰਦਾ ਵੀ ਜਿਵੇਂ ਸਰੋਸਿਸ ਵਗੈਰਾ ਨਾ, ਉਹਦੇ 'ਚ ਸਾਨੂੰ ਦਵਾਈਆਂ ਕੁਝ ਚੇਂਜ ਕਰਨੀਆਂ ਪੈਂਦੀਆਂ, ਇਸ ਕਰਕੇ ਉਹਨਾਂ ਦੇ ਟੈਸਟ ਸਾਨੂੰ ਕਰਾਉਣੇ ਪੈਂਦੇ ਆ। ਪਹਿਲਾਂ ਟੈਸਟ ਕਰਾਇਆ ਤੇ ਦੁਬਾਰਾ ਫਿਰ ਟੈਸਟ ਮਹੀਨੇ ਬਾਅਦ ਕਰਾਇਆ, ਉਹ ਦੇਖਣਾ ਸੀ ਪਰਸੈਂਟੇਜ ਵੀ ਕਿੰਨੀ ਪ੍ਰੋਬਲਮ ਘਟੀ ਹੈ ਜਾਂ ਨਹੀਂ ਘਟੀ, ਤਾਂ ਅਸੀਂ ਦਵਾਈ ਚੇਂਜ ਕਰਨੀ ਹੁੰਦੀ। ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਕਰਨਾ ਪੈਂਦਾ। ਦੁਨੀਆ ਦੇ ਵਿੱਚ ਮਾਰੋ ਮਾਰ ਪਈ ਹੋਈ ਹੈ, ਹਰ ਪਾਸੇ ਇੱਕੋ ਹੀ ਗੱਲ ਹੁੰਦੀ ਹੈ ਕਿ ਮੈਨੂੰ ਇਸ ਰੋਗ ਨੇ ਘੇਰਿਆ ਹੋਇਆ ਹੈ, ਸਾਡੇ ਪਰਿਵਾਰ ਦੇ ਵਿੱਚ ਆਹ ਤੰਗੀ ਹੈ, ਆਹ ਰੋਗ ਸਾਡੀਆਂ ਜੜ੍ਹਾਂ 'ਚ ਬੈਠ ਗਿਆ ਹੈ। ਲੋਕਾਂ ਦੇ ਬੈਂਕ ਅਕਾਊਂਟ ਖਾਲੀ ਹੋ ਜਾਂਦੇ ਨੇ ਇੱਕ ਰੋਗ ਜੇਕਰ ਘਰ ਦੇ ਵਿੱਚ ਵੜ ਜਾਵੇ। ਪਰ ਇਹ ਰੋਗ ਜਦੋਂ ਲੱਗਦੇ ਨੇ ਤਾਂ ਬੰਦੇ ਦੀ ਸੁੱਝ ਬੁੱਧ ਮਾਰੀ ਜਾਂਦੀ ਹੈ, ਉਹਨੂੰ ਹੱਲ ਨਹੀਂ ਦੀਦਾ। ਪਰ ਅੱਜ ਅਸੀਂ ਇਹੋ ਜਿਹੇ ਹੱਲ ਲੈਣ ਲਈ ਹੀ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ। ਅੱਜ ਅਸੀਂ ਆਏ ਹਾਂ ਦੁੱਖ ਨਿਵਾਰਨ ਦਵਾਖਾਨਾ ਦੇ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਨਜ਼ਦੀਕ, ਕੜੂਆ, ਜ਼ਿਲ੍ਹਾ ਮੋਹਾਲੀ, ਪੰਜਾਬ ਦੇ ਵਿੱਚ। ਇਸ ਸਮੇਂ ਬੈਠੇ ਹਾਂ, ਮੇਰੇ ਨਾਲ ਵੈਦ ਜਸਵੰਤ ਸਿੰਘ ਜੀ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਹਰੇਕ ਪਹਿਲੂ ਤੇ ਚਾਨਣਾ ਪਾਵਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਵੈਦ ਸਾਹਿਬ,
ਬੜੀ ਘੱਟ ਵਾਰੀ ਇਹੋ ਜਿਹਾ ਦੇਖਣ ਨੂੰ ਮਿਲਦਾ ਹੈ, ਖਾਸ ਤੌਰ ਤੇ ਤੁਹਾਡੇ ਪੇਸ਼ੇ ਦੇ ਵਿੱਚ, ਕਿ 100% ਸਕਸੈਸ ਰੇਟ ਹੋਵੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਗੱਲ ਦੇ ਲਈ ਵਧਾਈ ਹੈ, ਤੇ ਉਸ ਤੋਂ ਬਾਅਦ ਇਹ ਤੁਹਾਡੀ ਕੜੀ ਮਿਹਨਤ ਹੈ ਕਿ ਤੁਸੀਂ 100% ਸਕਸੈਸ ਰੇਟ ਕੱਢ ਕੇ ਲਿਆਉਂਦੇ ਹੋ। ਇਸ ਤੇ ਕੀ ਟਿੱਪਣੀ ਕਰੋਗੇ ਸਭ ਤੋਂ ਪਹਿਲਾਂ? ਦੇਖੋ, ਇਹ ਤਾਂ ਉਸ ਮਾਲਕ ਦੀ ਕਿਰਪਾ ਹੈ, ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੁੰਦਾ, ਬਸ ਇੱਕ ਮਹਾਰਾਜ ਵੱਲੋਂ ਬਖਸ਼ਿਸ਼ ਹੁੰਦੀ ਹੈ ਵੀ ਇਹ ਰਿਜ਼ਲਟ 100% ਆ, ਤੁਹਾਡੇ ਸਾਹਮਣੇ ਆ, ਤੁਸੀਂ ਦੇਖ ਹੀ ਰਹੇ ਆ, ਆਪ ਵੀ ਮਰੀਜ਼ ਦੇਖਿਆ ਤੁਸੀਂ। ਹਾਂ, ਕਿੰਨੇ ਮਰੀਜ਼ ਠੀਕ ਹੋ ਕੇ ਆ, ਹਜ਼ਾਰਾਂ ਮਰੀਜ਼ ਜਿਹੜੇ ਲੀਵਰ ਦੇ ਖਾਸ ਕਰਕੇ ਹਜ਼ਾਰਾਂ ਮਰੀਜ਼ ਆ ਜਿਹੜੇ ਠੀਕ ਹੋਏ ਆ, ਜਿਨ੍ਹਾਂ ਦਾ ਹਸਪਤਾਲਾਂ ਨੇ ਜਵਾਬ ਇਹ ਦੇ ਦਿੱਤਾ ਤਾਂ ਵੀ ਘਰ ਲੈ ਜਾਓ, ਇਹਦਾ ਕੋਈ ਹੱਲ ਨਹੀਂ ਹੈ, ਵੀ ਜਿੰਨੀ ਸੇਵਾ ਕਰ ਲਓ, ਪਰ ਉਹ ਵੀ ਦੇਖ ਲਓ ਮਰੀਜ਼ ਠੀਕ ਹੋ ਰਹੇ ਆ। ਆਯੁਰਵੈਦਿਕ ਤੇ ਐਲੋਪੈਥੀ ਦੇ ਵਿੱਚ ਇੱਕ ਇਹੋ ਜਿਹੀ ਲੀਗ ਖਿੱਚੀ ਜਾਂਦੀ, ਹਮੇਸ਼ਾ ਹੀ ਕਿਹਾ ਜਾਂਦਾ ਹੈ ਵੀ ਜਿਹੜੀ ਐਲੋਪੈਥੀ ਹੈ ਉਹ ਮਿੰਟ 'ਚ ਰਿਜ਼ਲਟ ਦਿੰਦੀ ਹੈ, ਤੇ ਆਯੁਰਵੈਦਿਕ 'ਚ ਬੰਦੇ ਨੂੰ ਘੀਸੀਆਂ ਹੋ ਜਾਂਦੀਆਂ। ਕਹਿਣ ਦਾ ਮਤਲਬ ਜੇ ਸ਼ੁੱਧ ਪੰਜਾਬੀ 'ਚ ਕਹੀਏ ਵੀ ਬੰਦਾ ਰਗੜਿਆ ਜਾਂਦਾ, ਕਿੰਨਾ ਲੰਮਾ ਟਾਈਮ ਉਹਨੂੰ ਉਡੀਕ ਕਰਨੀ ਪੈਂਦੀ, ਜਦੋਂ ਤੱਕ ਤੰਦਰੁਸਤ ਹੁੰਦਾ ਬੰਦੇ ਦਾ ਵੈਸੇ ਹੀ ਜ਼ੋਰ ਲੱਗ ਜਾਂਦਾ ਬਹੁਤ ਸਾਰਾ। ਤੇ ਇਸ ਜਿਹੜੀ ਮਿੱਥ ਬਣੀ ਹੋਈ ਹੈ ਇਹਨੂੰ ਕਿਵੇਂ ਤੋੜੋਗੇ, ਕੀ ਟਿੱਪਣੀ ਹੈ? ਨਹੀਂ, ਇਹ ਤਾਂ ਮਿੱਥ ਹੈ ਇੱਕ, ਇਹਦੇ 'ਚ ਕੋਈ ਸੱਚਾਈ ਨਹੀਂ ਹੈਗੀ। ਤੁਸੀਂ ਦੇਖੋਗੇ ਸਾਡੀਆਂ ਜਿਹੜੀਆਂ ਦਵਾਈਆਂ ਇਹ ਪਹਿਲੀ ਖੁਰਾਕ ਤੋਂ ਫਰਕ ਪੈਂਦਾ, ਪਹਿਲੀ ਖੁਰਾਕ ਵੀ ਦੱਸਦੀ ਹੈ ਵੀ ਅਸੀਂ ਫਰਕ ਪੈ ਰਿਹਾ ਹੈ। ਤੇ ਐਲੋਪੈਥੀ ਇੱਕ ਅਲੱਗ ਚੀਜ਼ ਹੈ। ਐਲੋਪੈਥੀ ਐਮਰਜੈਂਸੀ ਦੇ ਵਿੱਚ, ਜਿਵੇਂ ਹੁਣ ਸਾਡੇ ਕੋਲ ਅਸੀਂ ਕਿਹੜਾ ਕੋਈ ਇੰਜੈਕਸ਼ਨ ਲਾਉਣਾ, ਸਿਰਫ ਦਵਾਈ ਹੈ। ਹਾਂ, ਦੇਖੋ ਉਹ ਹੁੰਦਾ ਨਾ ਵੀ ਜਿਵੇਂ ਹੁਣ ਮਰੀਜ਼ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਹ ਕਿਹੜਾ ਕੁਝ ਲੈ ਸਕਦਾ, ਸਾਡੀ ਦਵਾਈਆਂ ਤਾਂ ਇੱਦਾਂ ਨਾ ਵੀ ਅੰਦਰ ਜਾਣਗੀਆਂ ਤਾਂ ਹੀ ਅਸਰ ਕਰਨਗੀਆਂ। ਐਲੋਪੈਥੀ ਆ ਇੰਜੈਕਸ਼ਨ ਹੈ, ਤੇ ਹੋਰ 100 ਗਲੂਕੋਜ਼ ਵਗੈਰਾ ਜੋ ਵੀ ਹੈ, ਵੀ ਬਲੱਡ ਜਾਣੀ ਕਿ ਚੜਾਉਣਾ ਪੈ ਜਾਵੇ, ਉਹ ਚੀਜ਼ਾਂ ਐਲੋਪੈਥੀ ਦੇ ਵਿੱਚ ਹੈ। ਤੇ ਅਸੀਂ ਵੀ ਤਕਨੀਕ ਦਾ ਸਹਾਰਾ ਤਾਂ ਅਸੀਂ ਵੀ ਲੈਂਦੇ ਹਾਂ, ਅਸੀਂ ਟੈਸਟ ਵਗੈਰਾ ਕਰਾ ਕੇ ਉਹਨਾਂ ਤੋਂ ਪਤਾ ਕਰਦੇ ਹਾਂ ਵੀ ਕੀ ਪ੍ਰੋਬਲਮ ਹੈ। ਪਰ ਇਹ ਨਹੀਂ ਹੈ ਵੀ ਦਵਾਈ ਆਯੁਰਵੇਦ ਦਵਾਈ ਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ, ਇੱਦਾਂ ਦੀ ਕੋਈ ਗੱਲ ਨਹੀਂ। ਸਾਡੀ ਦਵਾਈ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੈ। ਇਹ ਐਲੋਪੈਥੀ ਇੱਕ ਹੋਰ ਢੰਗ ਹੈ ਇਲਾਜ ਦਾ, ਤੇ ਆਯੁਰਵੇਦ ਇੱਕ ਪੁਰਾਣਾ ਢੰਗ ਹੈ, ਔਰ ਆਪਣੇ ਦੇਸ਼ ਦਾ ਹੀ ਢੰਗ ਹੈ। ਇਹ ਹਜ਼ਾਰਾਂ 5-7 ਹਜ਼ਾਰ ਸਾਲ ਪੁਰਾਣਾ ਇਹ ਆਪਣੇ ਆਯੁਰਵੇਦ ਹੈ, ਜਿਹਦੇ ਨਾਲ ਅਸੀਂ ਇਲਾਜ ਕਰਦੇ ਹਾਂ। ਜੀ, ਕਹਿ ਸਕਦੇ ਹਾਂ ਕਿ ਇਹਦੇ ਵਿੱਚ ਇੱਕ ਵਾਰ ਮੁੜ ਤੋਂ ਵਿਸ਼ਵਾਸ ਵੱਜ ਰਿਹਾ। ਜਦੋਂ ਤੁਹਾਡੇ ਵਰਗੇ ਲੋਕ ਇਸ ਫੀਲਡ ਦੇ ਵਿੱਚ ਨੇ ਤਾਂ ਇਹਨੂੰ ਚਲਾਉਂਦੇ ਨੇ, ਤਾਂ ਲੋਕਾਂ ਦਾ ਵਿਸ਼ਵਾਸ ਦੁਬਾਰਾ ਤੋਂ ਬਣਨਾ ਲਾਜ਼ਮੀ ਹੋ ਜਾਂਦਾ ਹੈ। ਉਹ ਬਣਨਾ ਵੀ ਚਾਹੀਦਾ, ਚੰਗੀ ਗੱਲ ਹੈ, ਕਿਉਂਕਿ ਸਾਡੇ ਦੇਸ਼ ਦਾ ਇਹ ਵੀ ਸੱਭਿਆਚਾਰ ਦਾ ਇੱਕ ਸਾਡੇ ਦਾ ਹਿੱਸਾ ਹੈ ਪੁਰਾਣਾ। ਪਰ ਦੁਨੀਆ ਕਹਿੰਦੇ ਚੰਨ ਤੇ ਪਹੁੰਚ ਗਈ, ਦੁਨੀਆ ਨੇ ਇਹੋ ਜਿਹੀਆਂ ਤਕਨੀਕਾਂ ਕੱਢ ਲਈਆਂ ਰੋਗ ਨੂੰ ਲੱਭਣ ਦੀ ਕਿ ਮਸ਼ੀਨ ਲਾਓ ਰੋਗ ਦੱਸ ਦਿੰਦੇ। ਤੁਸੀਂ ਅੱਜ ਵੀ ਨਬਜ਼ ਦੇ ਨਾਲ ਹੀ ਲੱਭ ਲੈਂਦੇ ਹੋ? ਨਹੀਂ, ਇੱਦਾਂ ਹੈ, ਇਹ ਆਪਣੀ ਆਪਣੀ ਉਹ ਥਿਊਰੀ ਹੁੰਦੀ ਹੈ, ਤੇ ਕੁਛ ਪ੍ਰਮਾਤਮਾ ਨੇ ਜੋ ਬਖਸ਼ਿਆ ਸਾਨੂੰ ਉਹਦੇ ਨਾਲ ਅਸੀਂ ਵਾਤ ਪਿੱਤ ਕਫ ਦੇਖ ਲਈਦੀ, ਉਹ ਤੋਂ ਪਤਾ ਲੱਗ ਜਾਂਦਾ ਵੀ ਕੀ ਰੋਗ ਹੈ। ਜ਼ਿਆਦਾਤਰ ਤਾਂ ਇਹ ਤੋਂ ਹੀ ਹੁੰਦਾ ਬਸ। ਪਰ ਗੱਲ ਇੱਦਾਂ ਹੈ ਵੀ ਜਿਹੜੀ ਐਲੋਪੈਥੀ ਦੇ ਵਿੱਚ ਦਵਾਈ ਦਿੱਤੀ ਜਾਂਦੀ ਆ, ਉਹ ਜਿਵੇਂ ਹੁਣ ਤੁਹਾਡਾ ਸਿਰ ਦਰਦ ਹੈ, ਕੁਛ ਵੀ ਕੋਈ ਵੀ ਸਰੀਰ ਦੇ ਵਿੱਚ ਕਮੀ ਆ ਗਈ, ਜਿਵੇਂ ਵਿਟਾਮਿਨ ਡੀ ਦੀ ਕਮੀ ਆ ਗਈ, ਪਰ ਉਹ ਵਿਟਾਮਿਨ ਡੀ ਬਾਹਰੋਂ ਦੇਣ ਲੱਗ ਜਾਣਗੇ। ਅਸੀਂ ਇੱਦਾਂ ਦੀ ਕੋਈ ਗੱਲ ਨਹੀਂ ਕਰਦੇ। ਅਸੀਂ ਇਹ ਦੇਖਦੇ ਹਾਂ ਵੀ ਉਹ ਕਿਉਂ ਕਮੀ ਕਿਉਂ ਆਈ ਹੈ, ਵੀ ਅੰਦਰ ਕਿਉਂ ਬਣਨੋਂ ਹਟ ਗਿਆ। ਲੀਵਰ 'ਚ ਪ੍ਰੋਬਲਮ ਆਉਂਦੀ ਹੈ ਜ਼ਿਆਦਾਤਰ ਇਹ, ਤੇ ਅਸੀਂ ਉਹਦਾ ਇਲਾਜ ਕਰੀਦਾ ਬਸ। ਸਾਡਾ ਇਹ ਇਲਾਜ ਕਰਨ ਦਾ ਢੰਗ ਇਸ ਕਰਕੇ ਵੱਖਰਾ ਹੈ। ਜੀ, ਨਬਜ਼ ਦੇ ਵਿੱਚ ਇਹੋ ਜਿਹਾ ਕੀ ਹੁੰਦਾ ਕਿ ਉੱਥੋਂ ਤੁਸੀਂ ਕਈ ਰੋਗ ਫੜ ਲੈਂਦੇ ਹੋ ਕੀ, ਜਾਂ ਤਕਰੀਬਨ ਸਾਰੇ ਹੀ ਫੜੇ ਜਾਂਦੇ ਨੇ? ਨਹੀਂ, ਇਹ ਜ਼ਿਆਦਾਤਰ ਇੱਦਾਂ ਹੁੰਦਾ ਹੈ, ਵਾਤ ਪਿੱਤ ਕਫ 3 ਚੀਜ਼ਾਂ, ਇਹਨਾਂ ਦਾ ਬੈਲੈਂਸ ਹੁੰਦਾ ਹੈ। ਇਹਨਾਂ ਦਾ ਬੈਲੈਂਸ ਵਿਗੜਦਾ, ਉਹ ਸਾਨੂੰ ਆਈਡੀਆ ਹੈਗਾ ਵੀ ਆਹ ਚੀਜ਼ ਵਧੇ ਤੇ ਆਹ ਰੋਗ ਹੋਊਗਾ, ਆਹ ਚੀਜ਼ ਵਧੇ ਤੇ ਇਹ ਰੋਗ ਹੋਊਗਾ, ਇਹ ਦੋ ਚੀਜ਼ਾਂ ਵਧ ਗਈਆਂ ਤਾਂ ਆਹ ਚੀਜ਼ ਹੋਊਗੀ, ਇੱਦਾਂ ਇਹ ਚੀਜ਼ ਹੁੰਦੀ ਹੈ, ਉਹਦੇ ਨਾਲ ਅਸੀਂ ਰੋਗ ਲੱਭ ਲੈਂਦੇ ਹਾਂ। ਜੀ, ਸੋ ਇੱਕ ਨਾਮੁਰਾਦ ਬਿਮਾਰੀ ਹੈ ਕੈਂਸਰ। ਪਿੰਡਾਂ ਦੇ ਵਿੱਚ ਇਹਦਾ ਨਾਮ ਵੀ ਨਹੀਂ ਲੈਂਦੇ, ਕਹਿ ਦਿੰਦੇ ਨੇ ਦੂਜੀ ਬਿਮਾਰੀ ਹੋ ਗਈ। ਇਸ ਤਰੀਕੇ ਦੇ ਨਾਲ ਇਹਨੂੰ ਆਖਿਆ ਜਾਂਦਾ ਹੈ। ਇਹੋ ਜਿਹੀ ਨਾਮੁਰਾਦ ਬਿਮਾਰੀ ਦੇ ਨਾਲ ਵੀ ਤੁਸੀਂ ਨਜਿੱਠ ਲੈਂਦੇ ਹੋ। ਇਸ ਗੱਲ ਨੂੰ ਲੈ ਕੇ ਕਈ ਲੋਕ ਚਿੰਤਤ ਹੋਣਗੇ ਵੀ ਯਾਰ ਕਮਾਲ ਦੀ ਗੱਲ ਹੈ ਵੀ ਆਯੁਰਵੇਦ ਦੇ ਨਾਲ ਉਹਦਾ ਰਿਜ਼ਲਟ ਦੇਈ ਜਾਂਦੇ ਨੇ ਉਹ ਵੀ 100%, ਤੇ ਇਹਦੇ ਤੇ ਕੀ ਟਿੱਪਣੀ ਕਰੋਗੇ? ਤੇ ਕਿੰਨੇ ਕੁ ਸਟੇਜ ਤੱਕ ਅੱਜ ਤੱਕ ਤੁਸੀਂ ਇਲਾਜ ਕੀਤਾ ਜਿੱਥੋਂ ਵਾਪਸ ਮੋੜ ਕੇ ਬੰਦੇ ਨੂੰ ਤੰਦਰੁਸਤ ਕੀਤਾ ਹੋਵੇ? ਨਹੀਂ, ਦੇਖੋ, ਕੈਂਸਰ ਇੱਕ ਬਿਮਾਰੀ ਇੱਦਾਂ ਦੀ ਹੈ, ਜਿਵੇਂ ਮੰਨ ਲਓ ਇੱਕ ਸਾਡੇ ਸੈੱਲ ਹੁੰਦੇ ਆ, ਉਹਨਾਂ ਦੀ ਤਰਤੀਬ ਹੁੰਦੀ ਹੈ ਇੱਕ ਸੈੱਲ ਵਧਣ ਦੀ, ਤੇ ਉਹ ਤਰਤੀਬ ਵਿਗੜ ਜਾਂਦੀ ਹੈ, ਤੇ ਇੱਕ ਸੈੱਲ ਜ਼ਿਆਦਾ ਵੱਧ ਜਾਂਦੇ ਆ, ਦੂਜੇ ਉਹਨੂੰ ਇਹ ਕੈਂਸਰ ਕਿਹਾ ਜਾਂਦਾ। ਅਸੀਂ ਆ ਦੇਖੋ ਭਸਮ ਹੈ ਸਾਡੇ ਕੋਲ, ਅਸੀਂ ਭਸਮਾਂ ਦੇ ਨਾਲ ਇਹਦਾ ਇਲਾਜ ਕਰਦੇ ਹਾਂ। ਕੈਂਸਰ ਦਾ ਸੋਨਾ ਭਸਮ ਹੈ, ਤੇ ਇਹਨਾਂ ਭਸਮਾਂ ਦੇ ਨਾਲ ਇਲਾਜ ਕਰਦੇ ਹਾਂ।
ਸਟੇਜ ਦਾ ਕੋਈ ਚੱਕਰ ਨਹੀਂ, ਬਸ ਮਰੀਜ਼ ਦਵਾਈ ਖਾਣ ਜੋਗਾ ਹੋਵੇ ਬਸ। ਹਾਂ, ਜੇ ਮਰੀਜ਼ ਦਵਾਈ ਖਾ ਸਕਦਾ ਤਾਂ ਉਹ ਠੀਕ ਹੋ ਜਾਏਗਾ, ਜਿਹੜੀ ਮਰਜ਼ੀ ਸਟੇਜ ਹੋਵੇ, ਸਟੇਜ ਦਾ ਕੋਈ ਚੱਕਰ ਨਹੀਂ ਹੈ ਜੀ ਹਾਂ। ਇੱਕ ਲੀਵਰ ਦਾ ਬੜਾ ਸਟਰੋਂਗ ਤਰੀਕੇ ਦੇ ਨਾਲ ਆਖਿਆ ਜਾਂਦਾ ਹੈ ਕਿ ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ ਉਹਦਾ ਇਲਾਜ ਕਰਦੇ ਹੋ, ਕਿਉਂਕਿ ਲੀਵਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਦੀ ਜੜ੍ਹ ਹੈ ਨਾ। ਤੇ ਲੀਵਰ ਦਾ ਜਿਹੜਾ ਰੋਗ ਹੈ ਉਹਦੇ ਨਾਲ ਕਿਵੇਂ ਨਜਿੱਠਦੇ ਹੋ? ਲੀਵਰ ਦੀ ਜੇਕਰ ਕਿਸੇ ਬੰਦੇ ਨੂੰ ਸਮੱਸਿਆ ਹੈ, ਲੀਵਰ ਡੈਮੇਜ ਹੈ, ਤਾਂ ਉਹ ਕਿੰਨੇ ਕੁ ਸਮੇਂ ਦੇ ਵਿੱਚ ਤੰਦਰੁਸਤ ਹੋ ਜਾਂਦਾ ਹੈ? ਸਾਡੇ ਕੋਲ ਦੇਖੋ ਲੀਵਰ ਦੇ ਮਰੀਜ਼, ਜ਼ਿਆਦਾਤਰ ਮਰੀਜ਼ ਲੀਵਰ ਦੇ ਆਉਂਦੇ ਆ, ਤਕਰੀਬਨ 80% ਤੋਂ ਵੀ ਜ਼ਿਆਦਾ ਮਰੀਜ਼ ਸਾਡੇ ਕੋਲ ਲੀਵਰ ਦੇ ਹੁੰਦੇ ਆ। ਇਹ ਲੀਵਰ ਦੀ ਪ੍ਰੋਬਲਮ ਇੱਦਾਂ ਵੀ ਇੱਕ ਤਾਂ ਸਿਰੋਸਿਸ ਹੋ ਜਾਂਦਾ ਹੈ, ਲੀਵਰ ਦਾ ਸਾਈਜ਼ ਵੱਧ ਜਾਂਦਾ, ਚਰਬੀ ਚੜ੍ਹ ਜਾਂਦੀ ਆ। ਜਿਵੇਂ ਚਰਬੀ ਚੜ੍ਹੀ ਹੋਈ ਬੰਦਾ ਭੱਜ ਨੱਠ ਨਹੀਂ ਸਕਦਾ, ਉੱਦਾਂ ਲੀਵਰ ਕੰਮ ਨਹੀਂ ਕਰ ਸਕਦਾ ਫਿਰ। ਤੇ ਉਹਦੇ ਲਈ ਸਾਡੇ ਕੋਲ ਦਵਾਈ ਆ, ਅਸੀਂ ਦਵਾਈ ਦਿੰਦੇ ਆ, ਲਿਕੁਇਡ ਵੀ ਹੁੰਦਾ ਤੇ ਖਾਣ ਨੂੰ ਵੀ ਹੁੰਦੀ ਆ ਦਵਾਈ। ਬੜੀ 10-15 ਪੇਸ਼ੈਂਟ ਹੈ ਜਿਹੜੇ 10 ਦਿਨ ਦੇ 15 ਦਿਨ ਦੇ ਵਿੱਚ ਉਹ ਜਿਹੜਾ ਐਡਾ ਪੇਟ ਵਧਿਆ ਹੋਇਆ ਸੀ। ਵੈਦ ਸਾਹਿਬ, ਲੀਵਰ ਦੀ ਸਮੱਸਿਆ ਜਿਹੜੀ ਹੈ ਕਹਿੰਦੇ ਬੜੇ ਰੋਗਾਂ ਨੂੰ ਜਨਮ ਦਿੰਦੀ ਹੈ। ਜੇ ਲੀਵਰ ਡੈਮੇਜ ਹੋ ਜਾਵੇ ਬੰਦਾ ਅੱਧ ਮਰਿਆ ਹੀ ਕਹਿੰਦੇ ਹੋ ਜਾਂਦਾ ਹੈ। ਤੇ ਲੀਵਰ ਦੇ ਸਮੱਸਿਆ ਦੇ ਨਾਲ ਤੁਸੀਂ ਕਿਵੇਂ ਨਜਿੱਠਦੇ ਹੋ? ਕਿਉਂਕਿ ਤੁਸੀਂ ਵੀ ਦੱਸਿਆ ਤੇ ਅਸੀਂ ਵੀ ਸੁਣਿਆ ਕਿ ਲੀਵਰ ਵਾਲੇ ਮਰੀਜ਼ ਤੁਹਾਡੇ ਕੋਲ ਬਹੁਤ ਆਉਂਦੇ ਨੇ, ਤਾਂ ਤੁਸੀਂ ਉਹਨਾਂ ਨੂੰ ਰਿਜ਼ਲਟ ਵੀ 100% ਦਿੰਦੇ ਹੋ। ਬਿਲਕੁਲ, ਲੀਵਰ ਇੱਦਾਂ ਨਾ, ਸਾਡੇ ਸਰੀਰ ਦਾ ਮੇਨ ਅੰਗ ਲੀਵਰ ਹੈ। ਜੇ ਲੀਵਰ 'ਚ ਫਾਲਟ ਪੈ ਗਿਆ ਤਾਂ ਹੌਲੀ ਹੌਲੀ ਸਾਰੇ ਅੰਗਾਂ 'ਚ ਫਾਲਟ ਪੈ ਜਾਏਗਾ। ਜੇ ਲੀਵਰ ਠੀਕ ਆਪਾਂ ਕਰ ਲਈਏ ਤਾਂ ਬਾਕੀ ਅੰਗਾਂ ਨੂੰ ਇਹ ਆਪ ਠੀਕ ਕਰ ਲੈਂਦਾ ਹੈ ਲੀਵਰ, ਕਿਉਂਕਿ ਮੇਨ ਅੰਗ ਆਪਣਾ ਲੀਵਰ ਹੈ। ਸਭ ਤੋਂ ਵੱਡਾ ਅੰਗ ਵੀ ਆਪਣਾ ਸਰੀਰ ਦਾ ਲੀਵਰ ਹੁੰਦਾ, ਅੰਦਰਲੇ ਜਿਹੜੇ ਅੰਗ ਹੈ। ਤੇ ਲੀਵਰ ਲਈ ਸਾਡੇ ਕੋਲ ਤਾਂ ਰਿਜ਼ਲਟ ਇੰਨੇ ਵੀ 15 ਦਿਨ ਦੇ ਵਿੱਚ ਤੁਹਾਨੂੰ ਅਸੀਂ ਇੱਕ ਵੀਡੀਓ ਵੀ ਦੇ ਦੇਂਗੇ, ਇੱਦਾਂ ਦੀਆਂ ਵੀਡੀਓ ਵੀ ਸਾਡੇ ਕੋਲ ਹੈਗੀਆਂ ਜਿਹੜੀਆਂ 15 ਦਿਨ ਦੇ ਵਿੱਚ ਰਿਜ਼ਲਟ ਆਏ ਆ। ਤੇ ਇੱਕ ਮਰੀਜ਼ ਤਾਂ ਸਾਡਾ ਇੱਥੇ ਪਟਿਆਲੇ ਤੋਂ ਅਸੀਂ, ਉਹ ਬੇਹੋਸ਼ੀ ਦੀ ਹਾਲਤ 'ਚ ਜੀ, ਉਹਦੇ ਪਾਈਪਾਂ ਵਗੈਰਾ ਹੀ ਲੱਗੀਆਂ ਹੋਈਆਂ ਸੀ, ਖਾਣ ਪੀਣ ਲਈ ਵੀ ਫੂਡ ਪਾਈਪ ਲੱਗੇ ਹੋਏ ਸੀ, ਤੇ ਉਹ ਪਾਈਪ ਰਾਹੀਂ ਉਹ ਦਵਾਈ ਦਿੰਦੇ ਰਹੇ ਆ ਉਹਨੂੰ। ਡਾਕਟਰੀ ਇਲਾਜ 'ਚ ਸੀ? ਹਾਂ, ਡਾਕਟਰੀ ਇਲਾਜ ਸੀ। ਡਾਕਟਰ ਨੇ ਕਹਿ ਦਿੱਤਾ ਵੀ ਇਹਦਾ ਕੋਈ ਹੱਲ ਨਹੀਂ, ਤੁਸੀਂ ਦੇਖ ਲਓ ਵੀ ਜੇ ਕੋਈ ਹੋਰ ਕਰਨਾ ਤਾਂ ਕਰ ਲਓ। ਉਹ ਸਾਡੇ ਕੋਲ ਆ ਕੇ ਦਵਾਈ ਲੈ ਕੇ, ਤੇ ਉਹ ਦਵਾਈ 12 ਦਿਨ ਬਾਅਦ ਉਹ ਬੇਹੋਸ਼ੀ ਦੀ ਹਾਲਤ ਤੋਂ ਉਹ ਨੋਰਮਲ ਹੋ ਗਿਆ ਸੀ ਬੰਦਾ। 2 ਮਹੀਨੇ ਦਵਾਈ ਖਾਧੀ ਹੈ, ਬਿਲਕੁਲ ਨੋਰਮਲ ਹੁਣ ਇਸ ਟਾਈਮ ਬਿਲਕੁਲ। ਤੁਸੀਂ ਜਾ ਕੇ ਵੀ ਮਿਲ ਸਕਦੇ ਆ। ਨਾਨਕ ਸਿੰਘ ਉਹਦਾ ਨਾਂ ਸੀ, ਪਟਿਆਲੇ ਰਜਿੰਦਰਾ ਦੇ ਵਿੱਚ ਨਾ, ਗੋਬਿੰਦ ਹਸਪੀਟਲ ਵਿੱਚ ਦਾਖਲ ਸੀ ਉਹ। ਹਾਂ, ਜਦੋਂ ਇਦਾਂ ਸਕਸੈਸ ਰੇਟ ਤੁਸੀਂ ਦੇਖਦੇ ਹੋ, ਜਦੋਂ ਇਦਾਂ ਸਫਲਤਾ ਮਿਲਦੀ ਹੈ, ਤੇ ਬਲਬਲੇ ਕਿਹੋ ਜਿਹੇ ਹੁੰਦੇ ਨੇ? ਕਿਉਂਕਿ ਇਹ ਮੈਂ ਨਿੱਜੀ ਤਜਰਬਾ ਜਾਣਨਾ ਚਾਹੁੰਦਾ ਤੁਹਾਡਾ, ਜਿੱਦਾਂ ਤੁਸੀਂ ਕੀ ਫੀਲ ਕਰਦੇ ਹੋ ਜਦੋਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਤੰਦਰੁਸਤੀ ਦਿੰਦੇ ਹੋ ਵੀ ਇੰਨੀ ਬੁਰੀ ਹਾਲਤ ਚੋਂ ਕੱਢਦੇ ਹੋ? ਨਹੀਂ, ਇੱਦਾਂ ਵੀ ਆਪਣੇ ਆਪ 'ਤੇ ਉਹ ਤਾਂ ਹੁੰਦਾ ਹੀ ਆ, ਭਰੋਸਾ ਜਿਹਾ ਤਾਂ ਹੁੰਦਾ ਹੀ ਹੈ ਨਾ ਵੀ ਇੱਕ। ਚਲੋ ਐ ਹੁੰਦਾ, ਫਿਰ ਵੀ ਅਸੀਂ ਤਾਂ ਉਹੀ ਦੇਖੀਦਾ ਵੀ ਮਹਾਰਾਜ ਦੀ ਉਹ ਕਿਰਪਾ ਹੈ, ਉਹਨਾਂ ਦੀ ਉਹ ਕਿਰਪਾ ਹੈ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਉਹਨਾਂ ਦੀ ਕਿਰਪਾ ਸਦਕਾ ਹੀ ਸਾਰਾ ਕੁਝ ਹੁੰਦਾ ਜੀ। ਹਾਂ, ਤੇ ਇੱਕ ਹੋਰ ਜ਼ਰੂਰ ਮੈਂ ਚਾਹੁੰਦਾ ਵੀ ਸਾਡੇ ਦਰਸ਼ਕਾਂ ਨੂੰ ਐ ਨਾ ਲੱਗੇ ਕਿ ਹਵਾ 'ਚ ਹੀ ਗੱਲਾਂ ਕਰੀ ਜਾਂਦੇ ਵੀ ਲੀਵਰ ਦੇ ਇੰਨੇ ਮਰੀਜ਼ ਠੀਕ ਕਰਤੇ, ਉੱਦਾਂ ਕਰਤਾ, ਸਕਸੈਸ ਰੇਟ 100% ਆ। ਕੀ ਸਬੂਤ ਦੇਣਾ ਚਾਹੋਗੇ ਉਹਨਾਂ ਦਰਸ਼ਕਾਂ ਨੂੰ ਜਿਹੜੇ ਇੱਕ ਵਾਰੀ ਯਕੀਨ ਕਰ ਲੈਣ ਕਿ ਹਾਂ ਇਹ ਇਹਨਾਂ ਦੀ ਆਥੈਂਟਿਸਿਟੀ ਹੈ, ਇਹ ਇੱਦਾਂ ਕੰਮ ਹੁੰਦਾ ਤਾਂ ਰੋਗ ਦਾ ਇਲਾਜ ਵੀ ਹੁੰਦਾ? ਬਿਲਕੁਲ ਬਿਲਕੁਲ। ਆਹ ਦੇਖੋ ਤੁਸੀਂ, ਸਾਡਾ ਰਜਿਸਟਰ ਆ, ਤੁਸੀਂ ਇਹਦੇ 'ਚ ਦੇਖ ਲਓ, ਭਰਿਆ ਪਿਆ ਇਹ ਲੀਵਰ ਦੇ ਮਰੀਜ਼ਾਂ ਨਾਲ ਭਰਿਆ ਪਿਆ। ਜੀ ਜੀ, ਆਹ ਦੇਖ ਲਓ, ਜਿੱਥੇ ਮਰਜ਼ੀ ਦੇਖ ਲਓ, ਆਹ ਲੀਵਰ ਆ। ਪੂਰਾ ਜਿੰਨਾ ਮਰਜ਼ੀ ਫੋਲ ਲਓ, ਇਹ 'ਚ 80% ਤੋਂ ਜ਼ਿਆਦਾ ਲੀਵਰ ਦੇ ਮਰੀਜ਼ ਹੋਣਗੇ। ਹਾਂ, ਤੁਸੀਂ ਜਿਹਨੂੰ ਮਰਜ਼ੀ ਫੋਨ ਕਰੋ, ਸਭ ਦੇ ਨੰਬਰ ਲਿਖੇ ਆ, ਜਿਹਨੂੰ ਮਰਜ਼ੀ ਫੋਨ ਕਰਕੇ ਦੇਖ ਲਓ ਜੀ। ਹਾਂਜੀ, ਤੇ ਮਤਲਬ ਕਿ ਲੀਵਰ ਵਾਲੇ ਮਰੀਜ਼ ਕਹਿ ਸਕਦੇ ਆ ਕਿ ਵੱਧ ਤੁਹਾਡੇ ਕੋਲ ਆਉਂਦੇ ਨੇ, ਉਹਨਾਂ ਦੀ ਗਿਣਤੀ ਵੱਧ ਹੈ? ਗਿਣਤੀ ਇਸ ਕਰਕੇ ਨਾ, ਮਰੀਜ਼ ਪ੍ਰੋਬਲਮ ਲੀਵਰ ਦੀ ਜ਼ਿਆਦਾ ਆ ਰਹੀ ਹੈ ਇਸ ਟਾਈਮ, ਬਹੁਤੀ ਪ੍ਰੋਬਲਮ ਲੀਵਰ ਦੀ ਹੈ। ਗੈਸ ਹਰ ਇੱਕ ਦੇ ਬਣਦੀ ਹੈ, ਕਬਜ਼ ਰਹਿੰਦੀ ਹੈ। ਇਹ ਜਾਣੀ ਕਿ ਇਸ਼ਾਰਾ ਹੁੰਦਾ ਵੀ ਤੁਹਾਡਾ ਲੀਵਰ ਖਰਾਬ ਹੋ ਰਿਹਾ ਜੀ। ਲੀਵਰ ਦੀ ਸਮੱਸਿਆ ਦਾ ਜਨਮ ਕਿੱਥੋਂ ਹੁੰਦਾ? ਜੇ ਸਾਡੇ ਲਾਈਫ ਸਟਾਈਲ 'ਚ ਕਮੀ ਹੈ ਜਾਂ ਕਿੱਥੋਂ? ਬਿਲਕੁਲ, ਇੱਕ ਲਾਈਫ ਸਟਾਈਲ ਵੀ ਹੈ, ਅਲਕੋਹਲ ਵੀ ਇਹਦਾ ਕਾਰਨ ਹੈ। ਅੱਜ ਕੱਲ੍ਹ ਦੇ ਜਿਹੜੇ ਆ ਬਰਗਰ ਪੀਜ਼ੇ ਖਾਣੇ ਇੱਦਾਂ ਦੇ ਹੋ ਗਏ, ਤੇ ਦੂਜਾ ਇਹ ਵੀ ਹੈ ਵੀ ਜਿਹੜੇ ਆਮ ਖਾਣੇ ਵੀ ਸਾਡੇ, ਕਣਕ ਦੇ ਉੱਤੇ ਸਪਰੇਹਾਂ ਦੇਖੋ ਜ਼ਹਿਰੇ ਆ, ਪੋਲਿਊਸ਼ਨ ਕਿੰਨਾ ਹੈ, ਬਸ ਇਹਨਾਂ ਕਰਕੇ ਹੀ ਪ੍ਰੋਬਲਮ ਆ ਰਹੀ ਹੈ ਸਾਡੇ। ਅੱਜ ਕੱਲ੍ਹ ਨਾ ਕੰਮ ਕੋਈ ਕਰਦਾ ਇੰਨਾ, ਨਾ ਸ਼ਹਿਰ ਕੋਈ ਕਰਦਾ, ਬਸ ਖਾ ਲਿਆ ਪੀ ਲਿਆ ਪੈ ਗਏ ਬਸ ਬੈੱਡ ਦੇ ਉੱਤੇ। ਹਾਂ ਬਿਲਕੁਲ। ਹਾਂ, ਪਰ ਇੱਕ ਹੋਰ ਸਵਾਲ ਹੈ, ਇਹ ਮੈਨੂੰ ਲੱਗਦਾ ਇਹ ਬਹੁਤ ਸਾਰੇ ਦਰਸ਼ਕਾਂ ਨਾਲ ਕੰਸਰਨ ਰੱਖਦੀ ਚੀਜ਼ ਹੋਊਗੀ। ਦੇਖੋ, ਜਿਹਨੇ ਵੀ ਆਉਣਾ ਹੈ ਉਹਨੇ ਪਹਿਲਾਂ ਆਪਣੀ ਜੇਬ ਦੇਖ ਕੇ ਆਉਣਾ, ਹੈਸੀਅਤ ਦੇਖ ਕੇ ਆਉਣਾ ਕਿ ਮੇਰਾ ਹੱਲ ਤਾਂ ਹੋ ਜਾਊਗਾ, ਪਰ ਕੀ ਮੈਂ ਪੈਸੇ ਭਰਨ ਜੋਗਾ ਹੋਊਗਾ? ਦਰਸ਼ਕਾਂ ਨੂੰ ਇਹ ਜ਼ਰੂਰ ਦੱਸਿਓ ਕਿ ਜਿਹੜੀ ਦਵਾਈ ਹੈ ਉਹ ਕਿੰਨੀ ਕੁ ਉਹਨਾਂ ਦੀ ਪਹੁੰਚ ਦੇ ਅੰਦਰ ਹੈ।
ਨਹੀਂ, ਉਹ ਮਰੀਜ਼ ਤੇ ਡਿਪੈਂਡ ਕਰਦਾ ਵੀ ਕਿੰਨੀ ਪ੍ਰੋਬਲਮ ਹੈ, ਉਹਦੇ ਹਿਸਾਬ ਨਾਲ। ਫਿਰ ਵੀ ਇੱਦਾਂ ਵੀ ਸਾਡੇ ਜਿਹੜੇ ਇਲਾਜ ਹੈ ਲੱਖਾਂ 'ਚ ਨਹੀਂ ਹੁੰਦੇ, ਇਹ ਸੌਆਂ ਹਜ਼ਾਰਾਂ 'ਚ ਹੋ ਜਾਂਦੇ ਇਲਾਜ। ਹਾਂ ਬਿਲਕੁਲ, ਹਜ਼ਾਰਾਂ 'ਚ ਸੱਚੀ ਬੰਦਾ ਤੰਦਰੁਸਤ ਹੋ ਜਾਂਦਾ। ਬਿਲਕੁਲ ਬਿਲਕੁਲ ਜੀ, ਬਿਲਕੁਲ ਤੰਦਰੁਸਤ ਹੁੰਦੇ ਆ ਬੰਦੇ। ਬਿਲਕੁਲ ਇਹ ਹਸਪਤਾਲ 'ਚ ਤਾਂ ਦਿਨਾਂ 'ਚ ਲੱਖਾਂ ਦਾ ਬਿੱਲ ਬਣ ਜਾਂਦਾ, ਬੈੱਡਾਂ ਦੇ ਹੀ ਹਜ਼ਾਰਾਂ ਦੇ ਬਿੱਲ ਬਣ ਬਿਲਕੁਲ ਬਿਲਕੁਲ ਉੱਥੇ ਟੈਸਟਾਂ ਦੇ ਹੀ ਜਿਹੜੇ ਹੁੰਦੇ ਆ, ਟੈਸਟਾਂ ਦੇ ਹੀ ਇੰਨੇ ਪੈਸੇ ਬਣ ਜਾਂਦੇ ਜਿੰਨੇ 'ਚ ਇੱਥੇ ਮਰੀਜ਼ ਠੀਕ ਹੋ ਜਾਂਦਾ। ਜੀ ਜੀ। ਦਰਸ਼ਕੋ ਇੱਕ ਗੱਲ ਹੋਰ ਦੱਸ ਦਵਾਂ ਕਿ ਵੈਦ ਸਾਹਿਬ ਕਹਿੰਦੇ ਨੇ ਕੋਈ ਟੈਸਟ ਦੀ ਲੋੜ ਨਹੀਂ, ਤੁਸੀਂ ਬਸ ਆਪ ਆਓ, ਅਸੀਂ ਨਬਜ਼ ਦੇਖ ਕੇ ਹੀ ਸਾਰਾ ਟੈਸਟ ਕਰ ਲੈਣਾ। ਸੱਚੀ ਗੱਲ ਹੈ? ਬਿਲਕੁਲ ਬਿਲਕੁਲ। ਨਹੀਂ, ਅਸੀਂ ਫਿਰ ਵੀ ਟੈਸਟ ਕਰਾ ਲਈਦੇ ਵੀ ਅਗਲੇ ਨੂੰ ਵੀ ਵਿਸ਼ਵਾਸ ਹੋ ਜਾਵੇ, ਕਿਉਂਕਿ ਸਾਨੂੰ ਤਾਂ ਪਤਾ ਵੀ ਇਹ ਪ੍ਰੋਬਲਮ ਉਹ। ਹਾਂ, ਤੇ ਮਰੀਜ਼ ਦੀ ਸੰਤੁਸ਼ਟੀ ਲਈ ਇੱਕ ਇੱਦਾਂ ਹੁੰਦਾ ਵੀ ਜਿਵੇਂ ਸਰੋਸਿਸ ਵਗੈਰਾ ਨਾ, ਉਹਦੇ 'ਚ ਸਾਨੂੰ ਦਵਾਈਆਂ ਕੁਝ ਚੇਂਜ ਕਰਨੀਆਂ ਪੈਂਦੀਆਂ, ਇਸ ਕਰਕੇ ਉਹਨਾਂ ਦੇ ਟੈਸਟ ਸਾਨੂੰ ਕਰਾਉਣੇ ਪੈਂਦੇ ਆ। ਪਹਿਲਾਂ ਟੈਸਟ ਕਰਾਇਆ ਤੇ ਦੁਬਾਰਾ ਫਿਰ ਟੈਸਟ ਮਹੀਨੇ ਬਾਅਦ ਕਰਾਇਆ, ਉਹ ਦੇਖਣਾ ਸੀ ਪਰਸੈਂਟੇਜ ਵੀ ਕਿੰਨੀ ਪ੍ਰੋਬਲਮ ਘਟੀ ਹੈ ਜਾਂ ਨਹੀਂ ਘਟੀ, ਤਾਂ ਅਸੀਂ ਦਵਾਈ ਚੇਂਜ ਕਰਨੀ ਹੁੰਦੀ। ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਕਰਨਾ ਪੈਂਦਾ। ਤੇ ਦੂਜਾ, ਜਿਵੇਂ ਹੁਣ ਇੱਦਾਂ ਦੀਆਂ ਬਿਮਾਰੀਆਂ ਵੀ ਆ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ MND, ਮੋਟਰ ਨਿਊਰੋਨ ਡਿਸੀਜ਼, ਜਿਹਨੂੰ ਕਿ ਜਾਣੀ ਕਿ ਨਸਾਂ ਹੁੰਦੀਆਂ ਸਾਡੇ ਸਰੀਰ ਦੇ ਵਿੱਚ ਦੋ ਪ੍ਰਕਾਰ ਦੀਆਂ ਜੀ। ਇੱਕ ਦੇ ਵਿੱਚ ਤਾਂ ਨਾੜਾਂ ਦੇ ਵਿੱਚ ਬਲੱਡ ਚੱਲਦਾ, ਇੱਕ ਹੁੰਦੀ ਹੈ ਸਿਗਨਲ ਕਰੰਟ ਹੁੰਦਾ ਵੀ। ਤੇ ਉਹ ਜਿਵੇਂ ਇੱਕਦਮ ਅੱਜ ਬੰਦਾ ਠੀਕ ਤੀ ਤੇ ਕੱਲ੍ਹ ਸਵੇਰੇ ਉੱਠਿਆ ਹੀ ਨਹੀਂ, ਸਵੇਰੇ ਉਠਾ ਕੇ ਜਾਣੀ ਵੀਲ ਚੇਅਰ 'ਤੇ ਆ ਗਿਆ ਸਵੇਰੇ, ਇਹ ਉਹ ਡਿਸੀਜ਼ ਹੈ। ਅਸੀਂ ਉਹਦਾ ਵੀ ਇਲਾਜ ਕਰਦੇ ਹਾਂ, ਜਿਨ੍ਹਾਂ ਦਾ ਜਾਣੀ ਕਿ ਜਿਹੜੀਆਂ ਬਿਮਾਰੀਆਂ ਦਾ ਇਹ ਨਾਂ ਵੀ ਨਹੀਂ ਸੁਣੇ। ਸਾਨੂੰ ਇੱਕ ਵਾਰ ਬਿਮਾਰੀ ਦੱਸੋ, ਅਸੀਂ ਉਹਦੀ ਦਵਾਈ ਤਿਆਰ ਕਰ ਦਿਆਂਗੇ ਬਸ। ਬਿਲਕੁਲ। ਵੈਦ ਸਾਹਿਬ, ਸਾਡੇ ਲਈ ਤਾਂ ਇੱਧਰ ਜਿੰਨੇ ਪਏ ਹੋਏ ਨੇ ਡੱਬੇ ਹੀ ਨੇ, ਤੁਸੀਂ ਇਹਨਾਂ ਤੇ ਜੋ ਵੀ ਲਿਖ ਕੇ ਲਾਇਆ ਹੋਇਆ। ਪਰ ਇੱਕ ਸਵਾਲ ਮੇਰਾ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਤਾਂ ਦੇਖਣ ਨੂੰ ਐ ਲੱਗਦੀਆਂ ਨੇ ਕੋਈ ਭਸਮਾਂ ਪਾ ਕੇ ਰੱਖੀਆਂ ਹੋਈਆਂ ਨੇ, ਕੋਈ ਬੀਜ ਵਰਗਾ ਲੱਗੀ ਜਾਂਦਾ ਹੈ। ਇਸ ਦੇ ਵਿੱਚ ਕਿੰਨੇ ਕੁ ਇਹ ਆਰਗੈਨਿਕ ਕਿੰਨੇ ਕੁ ਨੇ ਤੇ ਇਹਦੇ 'ਚ ਮਿਲਾਵਟ ਕਿੰਨੀ ਕੁ ਹੈ? ਨਹੀਂ, ਕੋਈ ਮਿਲਾਵਟ ਨਹੀਂ ਹੁੰਦੀ। ਉੱਦਾਂ ਜੜੀਆਂ ਬੂਟੀਆਂ ਹੁੰਦੀਆਂ, ਉਹਦੇ ਵਿੱਚ ਆਹ ਮਿਕਸ ਕੀਤੀ, ਉਹ ਗੱਲਾਂ ਵੱਖਰੀਆਂ ਹੁੰਦੀਆਂ। ਪਰ ਐ ਨਹੀਂ ਹੋਊਗਾ ਸਾਡੀ ਕਿਸੇ ਦਵਾਈ ਦੇ ਵਿੱਚ ਨਾ ਕੋਈ ਨਸ਼ਾ ਹੋਏਗਾ, ਨਾ ਕੋਈ ਸਟੀਰਾਇਡ ਹੋਏਗਾ, ਕੁਝ ਵੀ ਨਹੀਂ ਹੋਏਗਾ ਇਹਦੇ ਵਿੱਚ ਉੱਦਾਂ ਦਾ। ਜੇ ਕੋਈ ਲੱਭ ਦਿੰਦਾ 5 ਲੱਖ ਰੁਪਇਆ ਅਸੀਂ ਇਨਾਮ ਰੱਖਿਆ ਹੈ, ਜਿਹੜਾ ਮਰਜ਼ੀ ਆ ਕੇ ਕਰ ਦੇਵੇ, ਪ੍ਰੂਫ ਕਰ ਦੇਵੇ ਵੀ ਹਾਂ ਵੀ ਇਹਦੇ 'ਚ ਹੈ ਜੀ ਸਾਡੀ ਦਵਾਈ ਦੇ ਵਿੱਚ। ਲੈਬੋਰੇਟਰੀ ਤੇ ਜਾ ਕੇ ਟੈਸਟ ਕਰਾਓ, ਤੇ ਜੇਕਰ ਤੁਸੀਂ ਸਾਬਤ ਕਰ ਦਿੰਦੇ ਹੋ ਕਿ ਕੋਈ ਹੋਰ ਦਵਾਈ ਮਿਲਾਈ ਹੋਈ ਹੈ, ਇਹਦੇ ਵਿੱਚ ਕੋਈ ਐਲੋਪੈਥੀ ਮਿਲੀ ਹੋਈ ਹੈ, ਤਾਂ ਤੁਸੀਂ 5 ਲੱਖ ਦਿਓ। 5 ਲੱਖ ਰੁਪਇਆ ਇਨਾਮ ਦੇਣਗੇ। ਇੱਦਾਂ ਦੀ ਕੋਈ ਉਹ ਨਹੀਂ ਹੈ। ਅੱਜ ਕਿੰਨੇ ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ, ਅੱਜ ਤੱਕ ਕਿਸੇ ਨਹੀਂ, ਕੋਈ ਨਹੀਂ ਦਾਅਵਾ ਕਰ ਸਕਿਆ ਵੀ ਐਂ 'ਚ ਕੁਝ ਮਿਲਿਆ ਹੈ, ਕਿਉਂਕਿ ਅਸੀਂ ਕੁਝ ਮਿਲਾਉਂਦੇ ਹੀ ਨਹੀਂ ਹੈ। ਸਿਰਫ ਸਿੱਧੀਆਂ ਜੜੀਆਂ ਬੂਟੀਆਂ ਬਸ, ਉਹੀ ਆਪਸ ਵਿੱਚ ਮਿਲਾ ਕੇ ਹੁੰਦਾ। ਕਿਸੇ ਦੇ ਵਿੱਚ ਕੁਝ ਪਾਉਣਾ, ਕਿਸੇ ਦੇ ਕਿਹੜੀ ਜੜੀ ਬੂਟੀ ਹੈ, ਇਹ ਉਹਦੇ ਹਿਸਾਬ ਨਾਲ ਇਲਾਜ ਕਰਨਾ ਹੁੰਦਾ ਸੀ ਜੀ। ਇਹ ਵੀ ਇੱਕ ਹੱਕ, ਸੱਚ ਤੇ ਕਿਰਤ ਦਾ ਰਾਹ ਹੈ ਵੀ ਤੁਸੀਂ ਆਪਣੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਹੋ, ਤੇ ਇਮਾਨਦਾਰੀ ਦੇ ਨਾਲ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਰਾਹ ਆਪਣੇ ਆਪ ਹੀ ਸਾਫ਼ ਹੁੰਦੇ ਜਾਂਦੇ ਨੇ, ਬਰਕਤ ਪੈਂਦੀ ਜਾਂਦੀ ਹੈ। ਵੈਦ ਸਾਹਿਬ ਦੇ ਨੰਬਰ ਅਤੇ ਐਡਰੈਸ ਹੇਠਾਂ ਚੱਲ ਰਹੇ ਨੇ, ਸੰਪਰਕ ਕਰ ਸਕਦੇ ਹੋ। ਇੱਥੇ ਪਹੁੰਚ ਕੇ ਆਪਣੀ ਕਿਸੇ ਵੀ ਰੋਗ ਦਾ ਤੁਸੀਂ ਤਸੱਲੀ ਬਖਸ਼ ਇਲਾਜ ਲੈ ਸਕਦੇ ਹੋ, ਅਤੇ ਇਲਾਜ ਤੁਹਾਨੂੰ ਜਿਹੜਾ ਤਸੱਲੀ ਬਖਸ਼ ਮਿਲੇਗਾ ਉਹਦੇ ਲਈ ਵੈਦ ਸਾਹਿਬ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੇ ਨੇ ਕਿ 100% ਦੀ ਰਿਜ਼ਲਟ ਹੁਣ ਤੱਕ ਦਾ ਰਿਹਾ, ਅਤੇ ਬੜੇ ਚੰਗੇ ਤਰੀਕੇ ਦੇ ਨਾਲ ਕੋਆਪਰੇਟ ਕੀਤਾ ਜਾਂਦਾ ਹੈ, ਬੜੇ ਚੰਗੇ ਤਰੀਕੇ ਦੇ ਨਾਲ ਬੋਲਬਾਣੀ ਤੁਸੀਂ ਦੇਖ ਹੀ ਲਈ ਹੈ। ਐਂ ਦੀ ਕੋਈ ਗੱਲ ਨਹੀਂ ਕਿ ਜੇ ਕਹਿ ਦਈਏ ਵੀ ਤੁਹਾਨੂੰ ਆ ਕੇ ਖੱਜਲ ਹੋਣਾ ਪਵੇ, ਇੱਦਾਂ ਦੀ ਕੋਈ ਗੱਲ ਨਹੀਂ। ਜਦੋਂ ਮਰਜ਼ੀ ਆਓ, ਵੈਦ ਸਾਹਿਬ ਨੂੰ ਮਿਲੋ ਤੇ ਵੈਦ ਸਾਹਿਬ ਦੇ ਕੋਲੋਂ ਇਲਾਜ ਲਓ। ਤੇ ਕਿੰਨੇ ਦਿਨ ਹਫਤੇ ਦੇ ਵਿੱਚ ਖੁੱਲ੍ਹਾ ਹੁੰਦਾ ਹੈ ਦਵਾਖਾਨਾ ਤੇ ਕਿੰਨੇ ਦਿਨ ਬੰਦ? ਸਾਡਾ ਇੱਕ ਬੁੱਧਵਾਰ ਦੀ ਛੁੱਟੀ ਹੁੰਦੀ ਹੈ ਬਸ, ਅਸੀਂ ਉਹ ਵੀ ਹੁਣ ਸ਼ੁਰੂ ਕੀਤੀ ਹੈ। ਪਹਿਲਾਂ ਤਾਂ ਸਾਰੇ ਦਿਨ ਹੁੰਦੇ ਤੇ ਹਫਤੇ ਦੇ ਪੂਰੇ ਦਿਨ, ਹੁਣ ਅਸੀਂ ਇੱਕ ਬੁੱਧਵਾਰ ਦੀ ਛੁੱਟੀ ਹੁੰਦੀ ਹੈ। ਬਾਕੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੁਣ ਖੁੱਲ੍ਹਾ ਹੁੰਦਾ ਜੀ। ਇਹ ਇੱਕ ਤਾਂ ਹੋ ਗਿਆ ਪੰਜਾਬ 'ਚ ਬੈਠੇ ਹੋਏ ਲੋਕ, ਪੰਜਾਬ 'ਚ ਬੈਠਾ ਬੰਦਾ ਤਾਂ ਪਹੁੰਚ ਕਰ ਸਕਦਾ, ਚਲੋ ਪੰਜਾਬ ਤੋਂ ਇੱਧਰ ਆਪਣੇ ਉੱਤਰੀ ਭਾਰਤ ਦੇ ਤਾਂ ਲਾ ਲਓ ਪਹੁੰਚ ਕਰ ਲੈਣਗੇ, ਪਰ ਜਿਹੜੇ ਉਦੋਂ ਪਰੇ ਬੈਠੇ ਨੇ, ਗੰਗਾ ਪਾਰ ਯਮੁਨਾ ਪਾਰ ਬੈਠੇ ਨੇ ਲੋਕ, ਉਹਨਾਂ ਨੇ ਪਹੁੰਚ ਕਰਨੀ ਹੈ। ਜਾਂ ਫਿਰ ਜਿਹੜੇ ਬੈਠੇ ਹੀ ਵਿਦੇਸ਼ 'ਚ ਨੇ, ਜਿਹੜੇ ਪਹੁੰਚ ਹੀ ਨਹੀਂ ਕਰ ਸਕਦੇ, ਉਹਨਾਂ ਤੱਕ ਤੁਸੀਂ ਕਿਵੇਂ ਪਹੁੰਚਦੀ ਕਰਦੇ ਹੋ ਦਵਾਈ, ਉਹਨਾਂ ਨੂੰ ਡਾਇਗਨੋਸ ਕਿਵੇਂ ਕਰਦੇ ਹੋ, ਇਹ ਸਾਰਾ ਪ੍ਰੋਸੈਸ ਕਿਵੇਂ ਚੱਲਦਾ? ਹਾਂ, ਡਾਇਗਨੋਸ ਤਾਂ ਹੋ ਜਾਂਦਾ, ਕੁਛ ਪੁੱਛ ਕੇ ਹੋ ਜਾਂਦਾ, ਤੇ ਕੁਛ ਉਹਨਾਂ ਕੋਲ ਟੈਸਟ ਹੁੰਦੇ ਆ ਉਹ ਮੰਗਾ ਲਈਦੇ ਆ, ਤੇ ਦਵਾਈ ਕੋਰੀਅਰ ਹੋ ਜਾਂਦੀ ਹੈ, ਦਵਾਈ ਪਹੁੰਚ ਜਾਂਦੀ ਹੈ, ਕੋਈ ਚੱਕਰ ਨਹੀਂ ਹੈ ਜਾਂ। ਹਾਂ, ਕੁਛ ਦੇਸ਼ਾਂ ਨੂੰ ਛੱਡ ਕੇ 5-4 ਦੇਸ਼ਾਂ ਨੂੰ ਛੱਡ ਕੇ ਬਾਕੀਆਂ 'ਚ ਦਵਾਈ ਜਾਂਦੀ ਹੈ, ਸਾਰਿਆਂ 'ਚ ਮੈਡੀਸਨ ਸਾਡੇ। ਹਾਂ, ਤੇ ਭਾਰਤ ਦੇ ਅੰਦਰ ਵੀ ਸਾਰੀ ਜਗ੍ਹਾ ਤੁਸੀਂ? ਸਾਰੀ ਜਗ੍ਹਾ ਜਿੱਥੇ ਮਰਜ਼ੀ ਕੋਈ ਮੰਗਾ ਸਕਦਾ, ਕੋਰੀਅਰ ਰਾਹੀਂ ਦਵਾਈ ਹਰ ਜਗ੍ਹਾ ਜਾਂਦੀ ਹੈ ਜੀ।
ਸੋ ਜਦੋਂ ਇਹਦਾ ਕੋਰੀਅਰ ਦੇ ਥਰੂ ਦਵਾਈ ਜਾਂਦੀ ਹੈ ਫਿਰ ਉਹ ਪ੍ਰੋਸੈਸ ਜਿੱਦਾਂ ਤੁਸੀਂ ਭੇਜਦੇ ਹੋ ਸਾਰਾ ਉਹ ਸਾਰੀ ਕਾਸਟ ਵਿੱਚ ਮਿਲਾ ਕੇ ਐਡ ਹੋ ਜਾਂਦੀ ਹੈ। ਬਿਲਕੁਲ ਬਿਲਕੁਲ ਉਹਦਾ ਵੱਖਰਾ ਅਗਲੇ ਦੱਸ ਦਿੰਦਾ ਨਾ ਵੀ ਇੰਨੇ ਪੈਸੇ ਕੋਰੀਅਰ ਤੇ ਹੋਣਗੇ। ਇਹ ਵੀ ਹੋ ਸਕਦਾ ਉਹਨਾਂ ਦਾ ਕੋਈ ਰਿਸ਼ਤੇਦਾਰ ਹੋਵੇ ਉਹ ਸਾਡੇ ਕੋਲੋਂ ਲਿਜਾ ਕੇ ਆਪ ਕੋਰੀਅਰ ਕਰ ਦੇਵੇ ਜੇ ਇਦਾਂ ਦੀ ਗੱਲ ਹੋਵੇ। ਹਾਂ ਕੋਈ ਝੋਲ ਨਹੀਂ ਰੱਖਿਆ ਜਾਂਦਾ, ਮਤਲਬ ਕਿ ਸਿੱਧਾ ਕੰਮ ਹੈ ਵੀ ਤੁਸੀਂ ਦਵਾਈ ਲੈਣੀ, ਤੁਹਾਨੂੰ ਦਵਾਈ ਦਾ ਆ ਸਾਰਾ ਕੁਝ ਹੋਊਗਾ ਤੇ ਇਸ ਤਰੀਕੇ ਦੇ ਨਾਲ ਲੈਣੀ, ਉਹ ਵੀ ਤੁਸੀਂ ਫੋਨ ਤੇ ਹੀ ਦੱਸ ਦਿੰਦੇ ਹੋ। ਬਿਲਕੁਲ ਜੀ ਬਿਲਕੁਲ ਫੋਨ ਦੇ ਉੱਤੇ ਦੱਸ ਦਈਦਾ, ਹਰ ਚੀਜ਼ ਦੱਸ ਦਈਦੀ ਹੈ ਵੀ ਇੰਨੇ ਦੀ ਦਵਾਈ ਹੋਏਗੀ ਤੇ ਇੰਨਾ ਕੋਰੀਅਰ ਦਾ, ਜੇ ਤੁਸੀਂ ਆਪ ਕੋਰੀਅਰ ਕਰਨਾ ਤਾਂ ਆਪ ਲਿਜਾ ਸਕਦੇ ਹੋ ਜੀ। ਵੈਸਾ ਮੈਂ ਚਾਹੁੰਦਾ ਵੀ ਸਾਡੇ ਦਰਸ਼ਕਾਂ ਨੂੰ ਇਹ ਡੱਬੇ ਨਾ ਲੱਗਣ, ਇਹਨਾਂ 'ਚ ਉਹਨਾਂ ਨੂੰ ਪਤਾ ਲੱਗੇ ਵੀ ਕਿਹੜੀ ਦਵਾਈ। ਇੱਕ ਵਾਰੀ ਆਪਾਂ ਜੇ ਖੜੇ ਹੋ ਕੇ ਨਿਗਾਹ ਮਾਰ ਲਈਏ ਵੀ ਕਿਹੜੀ ਦਵਾ ਕਿਹੜੀ ਹੈ ਤੇ ਦੱਸਦੇ ਚਲੀਏ। ਇਹ ਅੱਖਾਂ ਦੇ ਲਈ ਹੈ, ਚਿੱਟਾ ਮੋਤੀਆ, ਉੱਦਾਂ ਅੱਖਾਂ ਦੀਆਂ ਕਮਜ਼ੋਰੀਆਂ ਬਿਮਾਰੀਆਂ ਜਾਲਾ ਟਾਈਪ ਜਿਹਾ ਬਣ ਜਾਂਦਾ ਤੇ ਇਹ ਦਵਾਈ ਬਹੁਤ ਵਧੀਆ ਰਿਜ਼ਲਟ ਹੈ ਇਹਦੇ। ਹਾਂ 100% ਆ ਬਸ, ਜਾਣੀ ਕਿ ਆਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ ਚਿੱਟੇ ਮੋਤੀਏ ਦੇ ਵਿੱਚ ਇਹ ਦਵਾਈ ਨਾਲੇ। ਹਾਂ ਅੱਜ ਕੱਲ ਤਾਂ ਦੁਨੀਆ ਤੁਰੀ ਰਹਿੰਦੀ ਆਪਰੇਸ਼ਨ ਕਰਾਉਣ, ਕਹਿੰਦੇ ਆਪਰੇਸ਼ਨ ਬਿਨਾ ਹੱਲ ਹੀ ਕੋਈ ਨਹੀਂ। ਨਹੀਂ ਨਹੀਂ ਬਿਲਕੁਲ ਜੀ ਬਿਲਕੁਲ, ਤੁਸੀਂ ਤਜਰਬਾ ਕਰਕੇ ਦੇਖੋ, ਕੋਈ ਮਰੀਜ਼ ਆਵੇ ਤਜਰਬਾ ਕਰੇ ਆਪੇ ਪਤਾ ਲੱਗੇਗਾ ਤੁਹਾਨੂੰ। ਅੱਛਾ ਜੀ, ਹਾਂਜੀ ਕਮਾਲ ਦੀ ਗੱਲ ਹੈ। ਤਾਂ ਅੱਗੇ ਵਧੀਏ ਆਪਾਂ। ਜੀ ਜੀ ਆਹ ਦੇਖੋ ਇਹ ਦਵਾਈ ਹੈ ਸੰਗ੍ਰਹਿਣੀ ਦੀ ਜੀ, ਇਹਦੀ ਅਸੀਂ ਇੱਕ ਪੁੜੀ ਉਹ ਦਿੰਦੇ ਹਾਂ ਬਸ, ਇੱਕ ਪੁੜੀ ਦੇਣੀ ਹੈ ਉਹਦੇ ਨਾਲ 2 ਦਿਨ ਦਾ ਪ੍ਰੋਸੈਸ ਹੈ, ਖਾਣੇ ਪੀਣੇ ਦਾ ਕੁਝ ਰੱਖਿਆ ਹੁੰਦਾ ਸਾਡਾ, ਬਸ ਇੱਕ ਪੁੜੀ ਦੇਣੀ ਹੈ। ਜੇ ਸੰਗ੍ਰਹਿਣੀ ਆ ਤਾਂ ਬਿਲਕੁਲ ਖਤਮ ਸੰਗ੍ਰਹਿਣੀ, ਕੋਈ ਪੁੜੀ 'ਚ ਇੱਕੋ ਪੁੜੀ 'ਚ। ਸੰਗ੍ਰਹਿਣੀ ਦਾ ਮਤਲਬ ਹੁੰਦਾ ਜਿਹੜੀ ਸੰਗ੍ਰਹਿਣੀ ਦਾ ਨਾਂ ਹੀ ਇੱਦਾਂ ਦਾ ਸੰਗ ਰਹਿਣੀ, ਵੀ ਉਹ ਸਾਰੀ ਉਮਰ ਨਾਲ ਰਹਿੰਦੀ ਹੈ, ਕਿਉਂਕਿ ਜਦੋਂ ਵੀ ਕੁਝ ਜੇ ਪਾਣੀ ਵੀ ਪੀਓਗੇ ਤਾਂ ਵੀ ਤੁਸੀਂ ਟਾਇਲਟ ਭੱਜੋਗੇ ਜੇ ਸੰਗ੍ਰਹਿਣੀ ਹੈ। ਤੇ ਉਹਦੇ ਲਈ ਇੱਕ ਪੁੜੀ ਨਾਲ ਇਲਾਜ ਹੋ ਜਾਂਦਾ ਸਾਡਾ ਜੀ। ਇੱਕ ਵੈਦ ਸਾਹਿਬ ਹੋਰ ਮੈਂ ਅੱਗੇ ਵਧਣ ਤੋਂ ਪਹਿਲਾਂ ਇੱਕ ਸਵਾਲ ਦਾ ਜਵਾਬ ਚਾਹੂੰਗਾ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ ਇੱਕ ਦਿਨ 'ਚ ਹੱਲ, ਪਹਿਲੀ ਖੁਰਾਕ ਨਾਲ ਹੱਲ, ਇਸ ਤਰੀਕੇ ਦੇ ਨਾਲ ਕਈ ਵਾਰੀ ਐਂ ਤਾਂ ਨਹੀਂ ਹੁੰਦਾ ਵੀ ਅਸੀਂ ਕੁਦਰਤ ਦੇ ਨਿਯਮ ਨਾਲ ਖਿਲਵਾੜ ਕਰ ਰਹੇ ਹਾਂ, ਕਿਸੇ ਤਰ੍ਹਾਂ ਦੇ ਹਾਰਮੋਨ ਇਨਬੈਲੈਂਸ ਹੋ ਰਹੇ ਨੇ, ਬਾਅਦ ਚੋਂ ਲੌਂਗ ਰਨ ਜਦੋਂ ਦਵਾਈ ਖਾਣਾ ਹਟ ਵੀ ਜਾਂਦੇ ਨੇ ਉਸ ਟਾਈਮ ਕੋਈ ਸਾਈਡ ਇਫੈਕਟ ਪੈ ਜਾਂਦਾ ਹੋਵੇ? ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਇਹ ਦੇਖੋ ਇਹ ਸਾਡੀਆਂ ਜਿਹੜੀਆਂ ਦਵਾਈਆਂ ਇਹ ਕੁਦਰਤ ਦੀਆਂ ਤਾਂ ਬਣਾਈਆਂ ਹੋਈਆਂ ਚੀਜ਼ਾਂ, ਜੜੀਆਂ ਬੂਟੀਆਂ ਕੁਦਰਤ ਨੇ ਪੈਦਾ ਕੀਤੀਆਂ। ਇਹ ਆਪਾਂ ਕਿਹੜਾ ਕੋਈ ਕੈਮੀਕਲ ਮਿਲਾਤਾ ਇਹਦੇ ਵਿੱਚ ਵੀ ਆਪਾਂ ਨੇ ਕੁਦਰਤ ਦੇ ਅਸੂਲਾਂ ਦੀ ਉਲੰਘਣਾ ਕਰਤੀ। ਇਹ ਤਾਂ ਜਿਵੇਂ ਆਪਾਂ ਖਾਣਾ ਖਾਂਦੇ ਹਾਂ, ਖਾਣਾ ਤਾਂ ਰੋਜ਼ ਖਾਂਦੇ ਹੀ ਆਪਾਂ, ਉੱਦਾਂ ਦੀਆਂ ਜੜੀਆਂ ਬੂਟੀਆਂ ਕੁਦਰਤ ਨੇ ਦਿੱਤੀਆਂ ਹੋਈਆਂ ਸਾਨੂੰ, ਉਹੀ ਅਸੀਂ ਵਰਤਦੇ ਹਾਂ ਜੀ। ਇਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ ਜੀ। ਆ ਜਿੱਦਾਂ ਹੁਣ ਮੇਰੇ ਲਈ ਤਾਂ ਦੇਖਣ ਨੂੰ ਆ ਤੁਸੀਂ ਪੈਕਟਾਂ 'ਚ ਕੀ ਪਾਇਆ ਮੈਨੂੰ ਇਹਦਾ ਨਾਂ ਨਹੀਂ ਪਤਾ, ਬਸ ਉੱਤੇ ਲੱਗੀ ਹੋਈ ਚਿੱਟ ਮੈਂ ਪੜ੍ਹ ਲਊਂਗਾ, ਪਰ ਇਹ ਕਿੰਨੀ ਮਾਤਰਾ 'ਚ ਲੈਣਾ ਇਹੀ ਤਾਂ ਤੁਹਾਡੀ ਕਲਾ ਹੈ। ਇਹ ਚੀਜ਼ਾਂ ਸਮਝਾਓ ਜਰਾ। ਬਿਲਕੁਲ ਇਹ ਕਈ ਦਵਾਈਆਂ ਅਲੱਗ-ਅਲੱਗ ਹੈ, ਕੋਈ 5 ਗ੍ਰਾਮ ਦੇਣੀ ਹੁੰਦੀ ਹੈ, ਕੋਈ 3 ਗ੍ਰਾਮ। ਦੇਖੋ ਜਿਹੜੀਆਂ ਦੂਜੀਆਂ ਦਵਾਈਆਂ ਹੁੰਦੀਆਂ ਤੁਸੀਂ ਦੇਖਦੇ ਹੋ ਇੱਕ ਗੋਲੀ ਹੁੰਦੀ ਹੈ ਛੋਟੀ ਜਿਹੀ ਉਹ ਦੇਣੀ ਹੈ, ਅਸੀਂ 5 ਗ੍ਰਾਮ ਦਵਾਈ ਖਿਲਾਉਣੀ ਹੈ। 5 ਗ੍ਰਾਮ ਦਾ ਮਤਲਬ ਦੇਖ ਲਓ ਇੱਕ ਚਮਚ ਕਾਫੀ ਭਰ ਕੇ ਲੈਣਾ ਪੈਂਦਾ, ਕਿਉਂਕਿ ਇਹ ਜੜੀਆਂ ਬੂਟੀਆਂ ਇਹ ਜੇ ਹੁੰਦੀ ਇਹ ਦੂਜੀ ਕੈਮੀਕਲ ਵਾਲੀ ਤਾਂ ਇੱਕ ਬੂੰਦੇ ਬਹੁਤ ਹੁੰਦੀ ਹੈ ਉਹਦੀ, ਇਹ ਚੀਜ਼ ਹੈ। ਇਸ ਕਰਕੇ ਜਿਹੜੀ ਦੂਜੀ ਐਲੋਪੈਥੀ ਉਹਦੇ 'ਚ ਤਾਂ ਆ ਜਾਂਦੀਆਂ ਐਮਜੀਆਂ ਆ ਜਾਂਦੀਆਂ ਵੀ ਇੰਨੇ ਐਮਜੀ ਇਹਦੇ 'ਚ ਨਹੀਂ ਹੈ। ਦੇਖੋ ਅਸੀਂ ਹੁਣ ਦੇਖੋ ਕੈਂਸਰ ਦਾ ਇਲਾਜ ਹੈ, HIV ਦਾ ਇਲਾਜ ਹੈ, ਅਸੀਂ ਇਹ ਭਸਮਾਂ ਨਾਲ ਕਰਦੇ ਹਾਂ। ਇਹ ਮਿਲੀਗ੍ਰਾਮਾਂ 'ਚ ਦੇਣੀ ਪੈਂਦੀ ਹੈ, ਪਰ ਇਹਨਾਂ ਦੇ ਵਿੱਚ ਵੀ ਕੋਈ ਮਿਲਾਵਟ ਨਹੀਂ, ਇਹ ਭਸਮਾਂ ਹੈ, ਭਸਮਾਂ ਦਾ ਮਿਕਸਰ ਹੈ, ਸੋਨਾ ਭਸਮ, ਹੀਰਾ ਭਸਮ, ਅਬਰਕ, ਇਹ ਭਸਮਾਂ ਮਿਲਾ ਕੇ ਜਾਣੀ ਕਿ ਇਹਨਾਂ ਦਾ ਬੈਲੈਂਸ ਬਣਾਇਆ ਹੁੰਦਾ ਜੀ। ਮੈਂ ਇੱਕ ਗੱਲ ਜ਼ਰੂਰ ਅੰਤ ਦੇ ਵਿੱਚ ਕਹਿਣੀ ਚਾਹੂੰਗਾ ਕਿ ਮੈਨੂੰ ਨਹੀਂ ਲੱਗਦਾ ਹੁਣ ਇਹ ਕਹਿਣ ਦੀ ਲੋੜ ਹੈ ਕਿ ਤੁਸੀਂ ਕੋ ਭਰੋਸਾ ਦਿਵਾਓ ਕਿਸੇ ਤਰ੍ਹਾਂ ਦਾ, ਕਿਉਂਕਿ ਜਿੰਨੀਆਂ ਗੱਲਾਂ ਹੁਣ ਤੱਕ ਆਪਾਂ ਕਰ ਚੁੱਕੇ ਆ। ਰਜਿਸਟਰ ਤੁਸੀਂ ਇੱਕ ਵਾਰੀ ਫੇਰ ਤੁਹਾਨੂੰ ਖੋਲ ਕੇ ਹੀ ਦਿਖਾ ਦਿੰਦੇ ਆ। ਵੈਦ ਸਾਹਿਬ ਦਾ ਕਹਿਣਾ ਹੈ ਕਿ ਰਜਿਸਟਰ ਦੇਖ ਸਕਦੇ ਹੋ, ਇਹ ਰਜਿਸਟਰ ਪਤਾ ਨਹੀਂ ਕਦੋਂ ਦਾ ਲੱਗਿਆ ਹੋਊਗਾ ਤੇ ਲਗਾਤਾਰ ਰਜਿਸਟਰ ਦੇ ਵਿੱਚ ਨੋਟ ਹੁੰਦੀਆਂ ਨੇ ਚੀਜ਼ਾਂ, ਲੀਵਰ ਤੇ ਵੱਡੀ ਗਿਣਤੀ 'ਚ ਲੀਵਰ ਦੇ ਵੀ ਮਰੀਜ਼ ਆਉਂਦੇ ਨੇ। ਇਹ ਇਹਨਾਂ ਦਾ ਕਹਿ ਸਕਦੇ ਹਿਸਟਰੀ ਰਿਕਾਰਡ ਹੈ। ਇਹ ਨਹੀਂ ਹੈ ਕਿ ਅਸੀਂ ਇੱਥੇ ਆਏ ਆ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਸੀਂ ਹਵਾ 'ਚ ਗੱਲਾਂ ਕਰ ਰਹੇ ਹਾਂ ਕਿ ਮਰੀਜ਼ ਬਾਹਰ ਕੋਈ ਬੈਠਾ ਨਾ ਹੋਵੇ ਅਸੀਂ ਕਹੀ ਜਾਈਏ ਕਿ ਨਹੀਂ ਜੀ ਅਸੀਂ ਇੰਨੇ ਮਰੀਜ਼ ਠੀਕ ਕਰਤੇ। ਐਦਾਂ ਦੀ ਕੋਈ ਗੱਲ ਨਹੀਂ ਨਾ, ਇੱਕ ਵਾਰੀ ਸ਼ੰਕੇ ਸ਼ੁਬੇ ਦੂਰ ਕਰ। ਬਿਲਕੁਲ ਉਹ ਤੁਸੀਂ ਬਾਹਰ ਦੇਖ ਹੀ ਰਹੇ ਆ, ਜੇ ਮਰੀਜ਼ ਬੈਠੇ ਆ ਬਾਹਰ ਆਪਾਂ ਇਹ ਰੋਕ ਕੇ ਉਹਨਾਂ ਨੂੰ ਰੋਕਿਆ ਹੋਇਆ। ਤੇ ਆਹ ਇੱਕ ਹੋਰ ਦਵਾਈ ਮੈਂ ਤੁਹਾਨੂੰ ਦਿਖਾ ਦਿੰਦਾ, ਦੇਖੋ ਇਹ ਹੈ ਰਸੌਲੀ, ਬੱਚੇਦਾਨੀ ਦੀ ਰਸੌਲੀ। ਸਰੀਰ ਦੇ ਵਿੱਚ ਕਿਤੇ ਵੀ ਰਸੌਲੀ ਹੋਵੇ, ਬੱਚੇਦਾਨੀ 'ਚ ਹੋਵੇ, ਆਪਣੇ ਲੀਵਰ 'ਚ ਹੋਵੇ, ਕਿਡਨੀਆਂ ਦੇ ਵਿੱਚ ਹੋਵੇ, ਜਿਹੜਾ ਟਿਊਮਰ ਕਹਿ ਦਿੰਦੇ ਬਣ ਜਾਂਦਾ, ਤੇ ਉਹਦੇ ਕਹਿੰਦੇ ਵੀ ਆਪਰੇਸ਼ਨ ਤੋਂ ਬਿਨਾਂ ਇਲਾਜ ਨਹੀਂ। ਸਾਡੀ ਇਹ ਦਵਾਈ ਪਹਿਲੇ ਦਿਨ ਤੋਂ ਹੀ ਰਿਜ਼ਲਟ ਦਿੰਦੀ ਹੈ। ਜਿਵੇਂ ਜਦੋਂ ਰਸੌਲੀ ਹੁੰਦੀ ਹੈ ਤਾਂ ਦਰਦਾਂ ਹੁੰਦੀਆਂ, ਪੇਟ ਦੇ ਵਿੱਚ ਦਰਦ ਹੁੰਦੀ ਹੈ ਲੇਡੀਜ਼ ਦੇ, ਜਿੱਦਣ ਤੋਂ ਦਵਾਈ ਸ਼ੁਰੂ ਕਰਤੀ ਦਰਦਾਂ ਉਸੇ ਦਿਨ ਤੋਂ ਬੰਦ ਹੋ ਜਾਂਦੀਆਂ ਜੀ। ਵੈਦ ਸਾਹਿਬ ਜਿਹੜੀ ਬੱਚੀ ਦੀ ਗੱਲ ਕੀਤੀ ਹੈ ਬਾਈ ਹੋਣਾ ਨੇ ਪਿੱਛੇ, ਉਹ ਦੱਸ ਰਹੇ ਸੀ ਕਿ ਇੱਕ ਬੱਚੀ ਜਿਹਦਾ ਬਿਲਕੁਲ ਡੈਮੇਜ ਸੀ ਸਰੀਰ ਦਾ ਕੋਈ ਅੰਗ, ਉਹਨੂੰ ਵੀ ਤੰਦਰੁਸਤ ਕਰਤਾ। ਡੈਮੇਜ ਹੋਈ ਚੀਜ਼ ਕਿੱਦਾਂ ਠੀਕ ਹੋ ਸਕਦੀ?
ਦੇਖੋ ਅਸੀਂ ਸਾਡਾ ਇਲਾਜ ਕਰਨ ਦਾ ਢੰਗ ਹੋਰ ਹੁੰਦਾ, ਅਸੀਂ ਲੀਵਰ ਤੋਂ ਹੀ ਸ਼ੁਰੂ ਕਰਦੇ ਹਾਂ। ਉਹ ਬੱਚੀ ਜਿਹੜੀ ਤਕਰੀਬਨ 14 ਕੁ ਸਾਲ ਦੀ ਬੱਚੀ ਆ, ਉਹ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਬਿਲਾਸਪੁਰ ਹੈ ਸ਼ਾਇਦ, ਤੇ ਕਮਲਪ੍ਰੀਤ ਕੁੜੀ ਦਾ ਨਾਂ, ਗੁੜੀਆ ਦਾ, ਛੋਟੀ ਜਿਹੀ ਵਿਚਾਰੀ, ਉਹਨੂੰ ਕਿਡਨੀ ਦੀ ਸਮੱਸਿਆ ਆ ਗਈ ਸੀ। ਤੇ ਆਪਣੇ ਡਾਕਟਰ ਕਹਿੰਦੇ ਵੀ ਹੁਣ ਉਹ ਕਰਾਓ, ਡਾਇਲਿਸਿਸ ਕਰਾਉਣਾ ਸ਼ੁਰੂ ਕਰ ਲਓ ਇਹਦਾ, ਤੇ ਇੱਕ ਹਫ਼ਤੇ 'ਚ 2 ਵਾਰ ਡਾਇਲਿਸਿਸ ਹੋਏਗਾ। ਤੇ ਉਹਨਾਂ ਨੂੰ ਕਿਸੇ ਸਾਡਾ ਪਹਿਲਾਂ ਇੱਕ ਮਰੀਜ਼ ਸਾਡੇ ਕੋਲ ਆਉਣ ਤਾਂ ਲੀਵਰ ਤੋਂ ਠੀਕ ਹੋਇਆ ਸੀ, ਉਹ ਲਿਆਇਆ ਉਹਨਾਂ ਨੂੰ, ਉਹ ਹੈ ਵੀ ਗਰੀਬ ਜਿਹੇ ਘਰ ਦੇ, ਤੇ ਉਹ ਦਵਾਈ ਵੀ ਉਹੀ ਦਿੰਦੇ ਰਹੇ ਉਹਨਾਂ ਨੂੰ, ਜਾਣੀ ਕਿ ਪੈਸੇ ਵੀ ਉਹ ਦਿੰਦੇ ਰਹੇ, ਤੇ ਉਹ ਬਿਲਕੁਲ ਠੀਕ ਆ। ਹੁਣ ਦੇਖੋ ਉਹਨੂੰ ਜ਼ਰੂਰਤ ਨਹੀਂ ਪਈ, ਮੁੜ ਕੇ ਡਾਇਲਿਸਿਸ ਵੱਲ ਗਏ ਨਹੀਂ ਉਹ, ਹਾਂ ਉਹ ਨਾਰਮਲ ਹੋ ਗਏ। ਡੈਮੇਜ ਹੋਈ ਅੰਗ ਵੀ ਰਿਕਵਰ ਹੋ ਗਿਆ, ਇਹ ਤਾਕਤ ਹੈ ਆਯੁਰਵੇਦ ਦੀ। ਜਿਸ ਤਰ੍ਹਾਂ ਹੁਣ ਜਿਵੇਂ ਲੀਵਰ ਨੂੰ ਕਹਿੰਦੇ ਆ ਸਿਰੋਸਿਸ ਹੋ ਜਾਵੇ ਤਾਂ ਉਹਦਾ ਕਹਿੰਦੇ ਵੀ ਉਹ ਰਿਵਰਸ ਨਹੀਂ ਹੁੰਦਾ, ਪਰ ਲੇਕਿਨ ਸਾਡਾ ਜਿਹੜੀਆਂ ਦਵਾਈਆਂ ਇਹ ਉਹ ਰਿਵਰਸ ਕਰ ਦਿੰਦੀਆਂ। ਹਾਂ, ਕੁਛ ਅਸੀਂ ਭਸਮਾਂ ਦੇ ਕੇ ਉਹਨੂੰ ਰਿਵਰਸ ਕਰ ਦਿੰਦੇ ਹਾਂ, ਬਿਲਕੁਲ ਨਾਰਮਲ ਹੋ ਜਾਂਦਾ, ਲੀਵਰ ਨਵੇਂ ਵਰਗਾ ਬਣ ਜਾਂਦਾ। ਮਤਲਬ ਕਿ ਦਵਾਈ ਛੁੱਟ ਜਾਂਦੀ ਐ ਤਾਂ ਨਹੀਂ ਕਿ ਤਾਂ ਉਮਰ ਚੱਲੀ ਜਾਂਦੀ? ਨਹੀਂ, ਇਹ ਤਾਂ 2-3 ਮਹੀਨੇ ਦੀ ਗੱਲ ਹੁੰਦੀ ਹੈ ਬਸ। ਹਾਂ, ਮੁੜ ਕੇ ਬਿਲਕੁਲ ਨਾਰਮਲ ਹੋ ਜਾਂਦਾ ਬੰਦਾ। ਇਹ ਕੋਈ ਚੱਕਰ ਨਹੀਂ ਹੁੰਦਾ ਵੀ ਦਵਾਈ ਖਾਣੀ ਓ ਪੈਂਦੀ ਹੈ। ਅਸੀਂ ਤਾਂ ਸਾਡੀ ਤਾਂ ਸ਼ੂਗਰ ਦੀ ਦਵਾਈ ਵੀ ਇੱਦਾਂ ਵੀ ਅਸੀਂ 2 ਤੋਂ 6 ਮਹੀਨੇ ਤੱਕ ਕੋਰਸ ਹੁੰਦਾ, ਉਹ ਤੋਂ ਬਾਅਦ ਨਾਰਮਲ ਹੋ ਜਾਂਦਾ ਬੰਦਾ, ਬਸ ਕੋਈ ਦਵਾਈ ਨਹੀਂ ਖਾਣੀ ਫਿਰ। ਵੈਸੇ ਸਾਹਿਬ ਕੋਈ ਆਖਰੀ ਬੋਲ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ? ਤੁਸੀਂ ਬੜੇ ਚੰਗੇ ਤਰੀਕੇ ਦੇ ਨਾਲ ਹਰੇਕ ਚੀਜ਼ ਦੀ ਜਾਣਕਾਰੀ ਦਿੱਤੀ ਹੈ, ਲੀਵਰ ਤੋਂ ਲੈ ਕੇ ਹਰ ਤਰ੍ਹਾਂ ਦੀ ਬਿਮਾਰੀ ਦਾ ਤੁਸੀਂ ਦੱਸਿਆ, ਪਰ ਦਰਸ਼ਕਾਂ ਦੇ ਨਾਲ ਆਖਰੀ ਸਾਂਝ ਜੇ ਪਾਉਣੀ ਚਾਹੋ ਕੋਈ ਸ਼ਬਦ? ਅਸੀਂ ਤਾਂ ਇਹ ਕਹਿੰਦੇ ਹਾਂ ਵੀ ਦੇਖੋ, ਇਹ ਸਰੀਰ ਜਿਹੜਾ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਇਹ ਇੱਕ ਨਿਆਮਤ ਹੈ ਵੀ ਇਹਨੂੰ ਗਲਤ ਚੀਜ਼ਾਂ ਵੱਲ ਨਾਲ ਜਾਓ, ਕਿਉਂਕਿ ਖਾਣਾ ਕੋਈ ਜ਼ਿੰਦਗੀ ਦਾ ਮਕਸਦ ਨਹੀਂ ਹੁੰਦਾ ਵੀ ਖਾਣਾ ਖਾ ਕੇ ਆਪਾਂ ਹੁੰਦਾ ਜਿਉਣਾ, ਖਾਣ ਵਾਸਤੇ ਜਿਉਣਾ ਚਾਹੀਦਾ। ਤਾਂ ਇਹ ਵੀ ਜਿਉਣ ਵਾਸਤੇ ਖਾਣਾ ਚਾਹੀਦਾ ਸਾਨੂੰ, ਵੀ ਜਿੰਨੇ ਕੁ ਨਾਲ ਅਸੀਂ ਉਹ ਕਰ ਸਕੀਏ, ਸਰਵਾਈਵ ਕਰ ਸਕੀਏ, ਉਨਾ ਕੁ ਖਾਣਾ ਚਾਹੀਦਾ। ਇਹ ਜਿਹੜੀਆਂ ਮਾੜੀਆਂ ਚੀਜ਼ਾਂ ਤੇ ਇਹ ਜਿਵੇਂ ਡਰਿੰਕ ਵਗੈਰਾ ਹੋ ਗਏ, ਇਹਨਾਂ ਤੋਂ ਲੋਕਾਂ ਨੂੰ ਮੁੜਨਾ ਚਾਹੀਦਾ ਤੇ ਆਪਣੀ ਨਾਰਮਲ ਜ਼ਿੰਦਗੀ ਬਤੀਤ ਕਰੋ। ਔਰ ਅਸੀਂ ਜਦੋਂ ਦਵਾਈ ਦਿੰਦੇ ਹਾਂ ਤਾਂ ਅਸੀਂ ਪਹਿਲਾਂ ਹੀ ਇਹ ਚੀਜ਼ਾਂ ਬੰਦ ਕਰਾਉਂਦੇ ਹਾਂ, ਉਹ ਬੰਦ ਕਰੋਗੇ ਬੜੀ ਜਲਦੀ ਠੀਕ ਹੋ ਜਾਓਗੇ ਬਸ ਤੁਸੀਂ। ਬਿਲਕੁਲ ਜੀ। ਸੋ ਇਹ ਸਨ ਵੈਦ ਜਸਵੰਤ ਸਿੰਘ ਜੀ, ਉਹਨਾਂ ਨੇ ਅੰਤ ਦੇ ਵਿੱਚ ਬੜਾ ਸੋਹਣਾ ਸੁਨੇਹਾ ਦਿੱਤਾ ਹੈ ਕਿ ਸਾਨੂੰ ਖਾਣ ਲਈ ਜੀਣਾ ਨਹੀਂ ਚਾਹੀਦਾ, ਜੀਣ ਲਈ ਖਾਣਾ ਚਾਹੀਦਾ। ਭਾਵ ਕਿ ਆਪਣੀ ਜ਼ੁਬਾਨ 'ਤੇ ਕੰਟਰੋਲ ਰੱਖੋ, ਜਿਸ ਦੇ ਨਾਲ ਸਰੀਰ ਵੀ ਤੰਦਰੁਸਤ ਰਹੂਗਾ, ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਵੀ ਹੋਊਗਾ। ਸੋ ਅੱਜ ਦੁੱਖ ਨਿਵਾਰਨ ਦਵਾਖਾਨਾ ਦੇ ਵਿੱਚ ਪਹੁੰਚੇ ਸੀ, ਜਾਣਕਾਰੀ ਤੁਹਾਡੇ ਨਾਲ ਵੈਦ ਸਾਹਿਬ ਨੇ ਖੁਦ ਆਪ ਸਾਂਝੀ ਕੀਤੀ ਹੈ, ਤਫਸੀਲ ਦੇ ਵਿੱਚ ਗਏ ਆ ਕਿ ਕਿਸ ਤਰੀਕੇ ਦੇ ਨਾਲ ਇਲਾਜ ਹੁੰਦਾ ਹੈ। ਨੰਬਰ ਪਤਾ ਹੇਠਾਂ ਪੱਟੀਆਂ ਤੇ ਚੱਲ ਰਿਹਾ ਹੈ, ਤੁਸੀਂ ਸੰਪਰਕ ਕਰ ਸਕਦੇ ਹੋ। ਹਰੇਕ ਤਰ੍ਹਾਂ ਦਾ ਰੋਗ ਜਿਸ ਦੇ ਨਾਲ ਤੁਸੀਂ ਘਿਰੇ ਹੋਏ ਹੋ, ਕੋਈ ਸਾਕ ਸੰਬੰਧੀ ਹੈ, ਕੋਈ ਦੋਸਤ ਮਿੱਤਰ ਹੈ ਜਿਹੜਾ ਇਲਾਜ ਕਰਵਾਉਣ ਦੇ ਵਿੱਚ ਤੰਗੀ ਆ ਰਹੀ ਹੈ, ਉਹ ਠੀਕ ਨਹੀਂ ਹੋ ਰਿਹਾ, ਦਵਾਈਆਂ ਬੜੀਆਂ ਖਾ ਰਹੇ ਆ, ਪਰ ਸਮੱਸਿਆ ਉੱਥੇ ਦੀ ਉੱਥੇ ਖੜੀ ਹੈ, ਪੈਸੇ ਡਾਕਟਰ ਬਣਾਈ ਜਾਂਦੇ ਨੇ। ਪਰ ਇੱਕ ਵਾਰ ਬੇਨਤੀ ਹੈ ਕਿ ਇੱਥੇ ਜ਼ਰੂਰ ਆ ਕੇ ਤੁਸੀਂ ਆਪਣਾ ਇਲਾਜ ਕਰਵਾਓ। ਉਸ ਤੋਂ ਬਾਅਦ ਵੈਦ ਸਾਹਿਬ ਦਾ ਜਿਸ ਤਰ੍ਹਾਂ ਕਹਿਣਾ ਕਿ 100% ਰਿਜ਼ਲਟ ਹੈ। ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ, ਸੋ ਤੁਸੀਂ ਜੁੜੇ ਰਹੋ ਦਾ TV NRI ਦੇ ਨਾਲ। ਬਹੁਤ ਬਹੁਤ ਧੰਨਵਾਦ। ਹਾਂਜੀ, ਮੇਰਾ ਨਾਮ ਨਗਿੰਦਰ ਸਿੰਘ, ਮੈਂ ਨਵਾਂ ਸ਼ਹਿਰ ਤੋਂ ਪਿੰਡ ਲੰਗੜੂਆ। ਮੈਂ ਇੱਥੋਂ ਮਹੀਨਾ ਹੋ ਗਿਆ ਦਵਾਈ ਖਾਂਦੇ ਨੂੰ, ਅਤੇ ਮੈਨੂੰ ਬਹੁਤ ਅੱਗੇ ਨਾਲੋਂ ਮਤਲਬ ਆਰਾਮ ਆ। ਅਤੇ ਮੈਂ ਲੀਵਰ ਦੀ ਦਵਾਈ ਡਾਕਟਰ ਪਟਿਆਲੇ ਤੋਂ ਬੜੇ ਮਸ਼ਹੂਰ ਆ, ਉਹਨਾਂ ਕੋਲੋਂ ਵੀ ਖਾਧੀ, ਅਤੇ ਹੁਣ ਮੈਨੂੰ ਇਹਦੇ ਨਾਲ ਦਵਾਈ ਨਾਲ ਬਹੁਤ ਜ਼ਿਆਦਾ ਫਰਕ ਆ। ਜਸਵਿੰਦਰ ਕੌਰ, ਵਾਈਫ ਆਫ ਨਗਿੰਦਰ ਸਿੰਘ, ਨਵਾਂ ਸ਼ਹਿਰ ਤੋਂ। ਇਹ 18 ਤੋਂ ਇਹਨਾਂ ਨੂੰ ਲੀਵਰ ਦੀ ਪ੍ਰੋਬਲਮ ਸ਼ੁਰੂ ਹੋਈ ਸੀਗੀ। ਅਸੀਂ ਇਹਨਾਂ ਨੂੰ ਹਸਪੀਟਲ ਦਾਖਲ ਕਰਾਇਆ, ਫਿਰ ਹੌਲੀ ਹੌਲੀ ਸਾਨੂੰ ਡਾਕਟਰ ਕਾਫੀ ਚੇਂਜ ਕਰਨੇ ਪਏ, ਲੀਵਰ ਇਹਨਾਂ ਦਾ ਠੀਕ ਨਹੀਂ ਸੀ ਹੋ ਰਿਹਾ। ਫਿਰ ਪਟਿਆਲੇ ਤੋਂ ਵੀ ਇਹਨਾਂ ਨੇ ਜਿੱਦਾਂ ਦੱਸਿਆ ਕਿ ਮੈਂ ਉੱਥੋਂ ਵੀ ਦਵਾਈ ਖਾਧੀ, ਉੱਥੋਂ ਵੀ ਦਵਾਈਆਂ ਲਿਆ ਕੇ ਦਿੰਦੇ ਰਹੇ। ਅਸੀਂ ਇਹਨਾਂ ਨੂੰ ਕਾਫੀ 8-8 ਗੋਲੀਆਂ ਖਾਂਦੇ ਸੀਗੇ ਰੋਜ਼, ਬਟ ਖਾਂਦਿਆਂ ਵੀ ਹੁਣ ਇਹਨਾਂ ਦੀ ਸਿਹਤ ਜਿਹੜੀ ਜ਼ਿਆਦਾ ਖਰਾਬ ਹੋਈ ਸੀ। 1 ਮਹੀਨਾ ਪਹਿਲੇ ਇਹਨਾਂ ਦੇ ਪੇਟ ਦੇ ਵਿੱਚ ਕਾਫੀ ਪਾਣੀ ਭਰ ਗਿਆ ਸੀਗਾ, ਪੇਟ ਕਾਫੀ ਫੁੱਲ ਗਿਆ ਸੀਗਾ। ਇਹ ਆਪ ਤੇ ਦਵਾਈ ਲੈਣ ਨਹੀਂ ਆਉਂਦੇ ਸੀਗੇ, ਬਟ ਫਿਰ ਮੈਂ ਆਪਣੇ ਆਪ ਦਵਾਈ ਲੈਣ ਇਹਨਾਂ ਦੇ ਕਲੀਨਿਕ ਤੋਂ ਆਈ। 1 ਮਹੀਨਾ ਹੀ ਹੋਇਆ ਸਾਨੂੰ ਦਵਾਈ ਖਾਂਦਿਆਂ, ਹੁਣ ਕਾਫੀ ਫਰਕ ਪਿਆ। ਜਿਹੜਾ ਪੇਟ ਫੁੱਲਿਆ ਹੋਇਆ ਸੀਗਾ ਇਹਨਾਂ ਦਾ ਹਫਤੇ ਦੇ ਵਿੱਚ ਉਹ ਸਾਰਾ ਠੀਕ ਹੋ ਗਿਆ। ਬਟ ਮੈਂ ਬੇਨਤੀ ਕਰਦੀ ਹਾਂ ਕਿ ਜੇ ਕਿਸੇ ਨੂੰ ਲੀਵਰ ਪ੍ਰੋਬਲਮ ਆ ਜਾਂ ਹੋਰ ਵੀ ਕੋਈ ਪ੍ਰੋਬਲਮ ਆ, ਇੱਥੇ ਦੁੱਖ ਨਿਵਾਰਨ ਕਲੀਨਿਕ 'ਤੇ ਆਓ
ਤੇ ਇੱਥੋਂ ਤੁਸੀਂ ਦਵਾਈ ਲਓ। ਸਾਨੂੰ ਤੇ ਬਹੁਤ ਫਰਕ ਪਿਆ ਆ, ਸਾਨੂੰ ਤੇ ਇੱਕ ਪਰਮਾਤਮਾ ਬਣ ਕੇ ਸਾਡੇ ਨਾਲ ਇਹ ਖੜੇ ਹੋਏ। मेरा नाम राजकिशोर कुमार है। वैसे पीछे मैं बिहार से हूँ, मेरा घर परमानेंट जलंधर में हूँ। लगभग 22 साल से मैं जलंधर में रहता हूँ। और ये दवाई तब मैं आया जब सारी जगह से मैं हार चुका। जलंधर से लेके दिल्ली से लेके पटना तक, बिहार में तो खैर मेरा घर ही पड़ता था, पटना तक डॉक्टर को दिखाए, लेकिन लीवर का कंट्रोल कहीं पे नहीं हुआ। जो यहाँ पे मुझे लीवर का कंट्रोल, जहाँ पे डॉक्टर भी, जो देवी तालाब सबसे बड़े हॉस्पिटल है, वहाँ हॉस्पिटल में डॉक्टर जवाब दिया और बोला कि तुम्हें दवाई कभी नहीं छुड़ा सकता है। उसके बाद आदमपुर हॉस्पिटल में भी, मोगलाना हॉस्पिटल का नाम है, उसमें डॉक्टर मुझे बोला कि तुम्हें कोई नहीं बचा सकता है। और मैंने बोला कि मैं कहीं कुछ नहीं होगा, मैं ठीक होकर दिखाऊंगा। और भगवान कृपा से, गुरु महाराज की कृपा से आज इस दवाई भटकते भटकते जगह पर तो आए, लेकिन 1.5 महीना दवाई खाने के बाद मैं आज 75% ठीक हूँ। 25% कसर है, वो भी दवाई चल रहा है, 2 महीना में ठीक हो जाएगा। जैसे डॉक्टर साहब 3 महीने के लिए बोला था, मैंने बोले चाहे 6 महीना लग जाए, लेकिन लीवर कंट्रोल होना चाहिए। गुरु महाराज की कृपा और ऊपर वाले की कृपा दोनों साथ मिला, मुझे बिल्कुल ठीक है। अभी मेरा अगर किसी को पता करना है तो जलंधर में मेरा अपना घर है, झंडू सिंघा, और पीछे मैं बिहार से, मधेपुरा डिस्ट्रिक्ट से, वहाँ मेरा मोबाइल नंबर 95 17 16 16 11।